दिल मेरा टुटिया नहीं होया, मेरा दिल तो जुड़िया होया। तो एक शेर है कि ਉਹਦੇ ਨਾਲ जुड़ी तार जे कट हो जाती, पीड़ विछोड़े वाली शायद घट हो जाती। रग रग तो हाँ वाकिफ ਉਹਦੀ रूह पहचानदा हाँ मैं, जे कदे अन्ना भी हो जावां घुप हनेरे विच सियाणदा हाँ मैं। गुस्से होवे तां की कहंदी है अंग्रेजी विच, ते प्यार विच की बोलना ये सब जानदा हाँ मैं। बथेरा माणिया ਉਹਦੀਆਂ ਜ਼ੁਲਫਾਂ ਦੀ शानू, बथेरा माणिया ਉਹਦੀਆਂ ਜ਼ੁਲਫਾਂ ਦੀ शानू, खैर ਉਹਦੀ गैर हाज़री भी खूब मानदा हाँ मैं। जिवें ਉਹਦਾ ਸੀ सहारा पीड़ां भी देण साथ पूरा, जिवें ਉਹਦਾ ਸੀ सहारा पीड़ां भी देण साथ पूरा, शुक्रगुजार पीड़ां दा जिन्ना मन लैके उन्हां दे हाण दा हाँ मैं। मतलब इस तरीके दा साडी सारी फैमिली है जो भी वो खेतीबाड़ी किते नाल संबंधित आ, ते सारे ਪਹਿਲਾਂ ਤੋਂ ਹੀ मतलब ਬਜ਼ੁਰਗ ਜੋ ਵੀ ਸੀਗੇ ਸਾਡੇ ਉਹ ਸਾਰੇ ਖੇਤੀ ਕਰਦੇ ਸੀ। ਕੋਈ ਜਾਂ ਕੋਈ ਹੋਰ ਕੰਮ ਜਾਂ ਅਫਸਰ ਜਾਂ ਕੋਈ ਵੀ ਨੌਕਰੀ ਵਾਲਾ ਸਿਸਟਮ ਨਹੀਂ ਸੀ। ਅਤੇ ਉਹਨਾਂ 'ਚੋਂ ਪੜ੍ਹਨ ਵਾਲਾ ਜਿਹੜਾ ਮੈਂ मतलब ਗ੍ਰੈਜੂਏਟ ਹੋਇਆ, ਮੈਨੂੰ ਲੱਗਦਾ ਹੋਰ ਸਾਡੇ ਖਾਨਦਾਨ 'ਚ ਇੱਕ ਦੋ ਲੋਕਾਂ ਨੂੰ ਛੱਡ ਕੇ ਉਹ ਮੈਂ ਹੀ ਹੋਇਆ ਪਹਿਲੇ। ਅਤੇ ਮੈਂ ਇਹ ਵੀ ਸੁਣਿਆ ਕਿ ਇੱਕ ਵਾਰੀ ਇਹੋ ਜਿਹਾ ਦੌਰ ਵੀ ਜ਼ਿੰਦਗੀ ਦਾ ਆਇਆ ਕਿ ਜਦੋਂ ਲੋਕਾਂ ਨੂੰ ਵੀ ਲੱਗਣ ਲੱਗ ਗਿਆ, ਘਰਦਿਆਂ ਨੂੰ ਵੀ, ਸਕੂਲ ਦੇ ਜਿਹੜੇ ਅਧਿਆਪਕ ਸੀ ਵੀ ਹੁਣ ਇਹਦੇ ਪੈਰ ਨੇ ਜਿਹੜੇ ਸਹੀ ਜ਼ਿੰਦਗੀ ਦੀ ਰਾਹ ਤੋਂ ਉਖੜ ਚੁੱਕੇ ਨੇ ਅਤੇ ਹੁਣ ਇਹਨੇ ਜ਼ਿੰਦਗੀ ਦੇ ਵਿੱਚ ਕੁਛ ਬਣਨਾ ਨਹੀਂ ਹੈ, ਹੈ ਨਾ। ਐਵੇਂ ਦਾ ਵੀ ਕੁਛ ਜ਼ਿੰਦਗੀ 'ਚ ਹੋਇਆ। ਉਸ ਤੋਂ ਬਾਅਦ ਮੈਂ ਸਵਾਲ ਕਰ ਲੈਂਦਾ ਸੀ ਕਈ ਟੀਚਰਸ ਨੂੰ, ਉਹਨਾਂ ਨੇ ਫਿਰ ਇਹ ਪਰਸੈਪਸ਼ਨ ਜੀ ਬਣ ਗਈ ਸੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਇਸ ਤਰ੍ਹਾਂ ਦਾ ਵਿਗੜਿਆ ਜਿਹਾ ਹੋਇਆ ਇਨਸਾਨ ਆ। ਉਹ ਘਰੇ ਵੀ ਫੋਨ ਕਰ ਦਿੰਦੇ ਸੀ। ਬੀ ਸੋਸ਼ਲ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਰੁਪਿੰਦਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਹਿਤਕ ਪ੍ਰੋਗਰਾਮ ਦਸਤਕ ਦੇ ਵਿੱਚ। ਹੁਣ ਤੱਕ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਇਆ ਜਿਨ੍ਹਾਂ ਨੇ ਕਲਮ ਦੇ ਦਮ 'ਤੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਅਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਲਿਖਤਾਂ ਅਤੇ ਕਿਤਾਬਾਂ ਨੂੰ ਤੁਸੀਂ ਬੇਸ਼ੁਮਾਰ ਪਿਆਰ ਦਿੱਤਾ। ਪਰ ਦੂਜੇ ਪਾਸੇ ਕੁਝ ਲੇਖਕ ਅਜਿਹੇ ਵੀ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਅਤੇ ਇਹੋ ਜਿਹਾ ਹੀ ਇੱਕ ਨੌਜਵਾਨ ਅੱਜ ਸਾਡੇ ਵਿਚਕਾਰ ਹੈ ਜਿਨ੍ਹਾਂ ਦਾ ਨਾਂ ਹੈ ਸੁਖਦੀਪ ਸਿੰਘ ਉਰਫ ਸੀਪਾ ਕਲੇਰ। ਉਹਨਾਂ ਨੂੰ ਜਾਣਨ ਵਾਲੇ, ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਇਸੇ ਨਾਂ ਸੀਪਾ ਕਲੇਰ ਨਾਲ ਉਹਨਾਂ ਨੂੰ ਜਾਣਦੇ ਨੇ। ਉਹਨਾਂ ਨੇ ਹੁਣ ਤੱਕ ਕੋਈ ਕਿਤਾਬ ਨਹੀਂ ਲਿਖੀ ਪਰ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਅਤੇ ਗਜ਼ਲਾਂ ਨੂੰ ਲੋਕ ਬਹੁਤ ਪਿਆਰ ਨਾਲ ਸੁਣਦੇ ਨੇ ਅਤੇ ਹਰ ਸੁਣਨ ਵਾਲੇ ਦੇ ਦਿਲ ਨੂੰ ਉਹ ਚੀਜ਼ਾਂ ਬਹੁਤ ਟੁੰਬਦੀਆਂ ਨੇ ਕਿਉਂਕਿ ਹਰ ਸੁਣਨ ਵਾਲੇ ਨੂੰ ਲੱਗਦਾ ਹੈ ਕਿ ਉਹ ਉਹਨਾਂ ਦੀ ਆਪਣੀ ਕਹਾਣੀ, ਉਹਨਾਂ ਦੇ ਆਪਣੇ ਦਿਲ ਦੀਆਂ ਭਾਵਨਾਵਾਂ ਕਹਿ ਰਹੇ ਨੇ। ਉਹਨਾਂ ਦਾ ਜਨਮ ਜਨਵਰੀ 1997 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਵਿਖੇ ਹੁੰਦਾ ਹੈ ਅਤੇ ਉਸ ਤੋਂ ਬਾਅਦ ਜਿਵੇਂ ਕਿ ਅੱਜ ਕੱਲ੍ਹ ਹਰ ਪਿੰਡ ਵਿੱਚ ਰਹਿਣ ਵਾਲੇ ਮੁੰਡੇ ਜਾਂ ਕੁੜੀ ਦੀ ਰੀਝ ਹੁੰਦੀ ਹੈ ਕਿ ਚੰਡੀਗੜ੍ਹ ਜਾ ਕੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਜਾਵੇ। ਇਸੇ ਰੀਝ ਨੂੰ ਲੈ ਕੇ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ DAV ਕਾਲਜ ਚੰਡੀਗੜ੍ਹ ਅਤੇ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਇਸ ਸਮੇਂ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਰ ਰਹੇ ਨੇ। ਆਪਣੀ 10ਵੀਂ ਤੱਕ ਦੀ ਪੜ੍ਹਾਈ ਦੇ ਸਮੇਂ ਤੱਕ ਹੀ ਉਹਨਾਂ ਨੇ ਬਹੁਤ ਸਾਰੇ ਸਕੂਲਾਂ ਦਾ ਜਿਹੜਾ ਅਨੁਭਵ ਕਰ ਰਿਹਾ ਸੀ। ਵੱਖਰੇ ਵੱਖਰੇ ਸਕੂਲਾਂ 'ਚ ਉਹਨਾਂ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਜਿਹੜੀ ਕੀਤੀ। ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਉਹਨਾਂ ਨਾਲ ਕਰਨੀਆਂ ਨੇ। ਸੋ ਸਵਾਗਤ ਕਰਦੇ ਹਾਂ ਸੀਪਾ ਕਲੇਰ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਬੁਲਾਇਆ ਅਤੇ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਮੈਂ ਸਤਿ ਸ਼੍ਰੀ ਅਕਾਲ ਕਹਿਣਾ। ਸ਼ੁਕਰੀਆ ਬਹੁਤ ਬਹੁਤ। ਸਭ ਤੋਂ ਪਹਿਲਾਂ ਮੈਨੂੰ ਜਿਵੇਂ ਮੈਂ ਦੱਸਿਆ ਹੀ ਹੈ ਕਿ ਤੁਹਾਡਾ ਜਨਮ ਹੈ ਨਾ ਜਿਹੜਾ ਬਠਿੰਡਾ ਜ਼ਿਲ੍ਹੇ 'ਚ ਹੁੰਦਾ, ਜਿਹੜਾ ਕਿ ਵੈਸੇ ਹੀ ਸਾਹਿਤਕ ਤੌਰ 'ਤੇ ਇੱਕ ਆਪਣੀ ਥਾਂ ਰੱਖਦਾ ਕਿਉਂਕਿ ਬਲਵੰਤ ਗਾਰਗੀ ਜੀ ਨੇ ਜਿਹੜੇ ਹੈ ਨਾ ਉਹਨਾਂ ਨੂੰ ਕੱਕੇ ਰੇਤਿਆਂ ਦੀ ਜਿਹੜੀ ਪੈਦਾਇਸ਼ ਕਿਹਾ ਜਾਂਦਾ ਅਤੇ ਬੜਾ ਨਾਂ ਉਹਨਾਂ ਨੇ ਕਮਾਇਆ ਹੈ ਰੰਗਮੰਚ ਦੀ ਦੁਨੀਆ ਦੇ ਵਿੱਚ। ਮੈਂ ਚਾਹੁੰਦੀ ਹਾਂ ਕਿ ਆਪਣੇ ਪਰਿਵਾਰਕ ਪਿਛੋਕੜ ਬਾਰੇ ਤੁਸੀਂ ਦੱਸੋ ਕਿ ਜਿੱਥੇ ਤੁਹਾਡਾ ਜਨਮ ਹੁੰਦਾ ਪਰਿਵਾਰ ਦਾ ਮਾਹੌਲ ਕਿਵੇਂ ਦਾ ਸੀ, ਕਿਵੇਂ ਦਾ ਆਲਾ ਦੁਆਲਾ ਤੁਹਾਨੂੰ ਜਿਹੜਾ ਬਚਪਨ ਦੇ ਵਿੱਚ ਮਿਲਿਆ। ਪਰਿਵਾਰ ਦੇ ਵਿੱਚ ਮੰਮੀ ਡੈਡੀ, ਦਾਦਾ ਦਾਦੀ ਅਤੇ ਮੈਂ ਮਤਲਬ ਘਰਦਿਆਂ ਦਾ ਇਕੱਲਾ ਮੁੰਡਾ ਹੀ ਹਾਂ ਅਤੇ ਉਹਦੇ ਵਿੱਚ ਮਤਲਬ ਇਸ ਤਰੀਕੇ ਦਾ ਸਾਡੀ ਸਾਰੀ ਫੈਮਿਲੀ ਹੈ ਜੋ ਵੀ ਉਹ ਖੇਤੀਬਾੜੀ ਕਿੱਤੇ ਨਾਲ ਸੰਬੰਧਿਤ ਆ ਅਤੇ ਸਾਰੇ ਪਹਿਲਾਂ ਤੋਂ ਹੀ ਮਤਲਬ ਬਜ਼ੁਰਗ ਜੋ ਵੀ ਸੀਗੇ ਸਾਡੇ ਉਹ ਸਾਰੇ ਖੇਤੀ ਕਰਦੇ ਸੀ। ਕੋਈ ਜਾਂ ਕੋਈ ਹੋਰ ਕੰਮ ਜਾਂ ਅਫਸਰ ਜਾਂ ਕੋਈ ਵੀ ਨੌਕਰੀ ਵਾਲਾ ਸਿਸਟਮ ਨਹੀਂ ਸੀ। ਅਤੇ ਉਹਨਾਂ 'ਚੋਂ ਪੜ੍ਹਨ ਵਾਲਾ ਜਿਹੜਾ ਮੈਂ ਮਤਲਬ ਗ੍ਰੈਜੂਏਟ ਹੋਇਆ, ਮੈਨੂੰ ਲੱਗਦਾ ਹੋਰ ਸਾਡੇ ਖਾਨਦਾਨ 'ਚ ਇੱਕ ਦੋ ਲੋਕਾਂ ਨੂੰ ਛੱਡ ਕੇ ਉਹ ਮੈਂ ਹੀ ਹੋਇਆ ਪਹਿਲੇ। ਅੱਛਾ ਜੀ।
ਫਿਰ ਤੁਸੀਂ ਹੈ ਨਾ 10ਵੀਂ ਤੱਕ ਜਾਂਦੇ ਜਾਂਦੇ ਬਹੁਤ ਸਾਰੇ ਸਕੂਲਾਂ 'ਚ ਮੈਂ ਸੁਣਿਆ ਵੀ ਤੁਸੀਂ ਪੜ੍ਹੇ ਹੈ ਨਾ, ਅਤੇ ਕਿਵੇਂ ਇਹ ਸੀ ਕਿ ਸ਼ਰਾਰਤੀ ਜਿਹਾ ਬੱਚਾ ਸੀਗਾ ਵੀ ਜਿਹੜਾ ਹੋ ਗਿਆ ਕਿ ਇੱਕ ਸਕੂਲ ਤੋਂ ਹਟਿਆ ਫਿਰ ਦੂਜੇ 'ਚ ਲਾ ਦਿੱਤਾ ਹੈ ਨਾ? ਅਤੇ ਮੈਂ ਇਹ ਵੀ ਸੁਣਿਆ ਕਿ ਇੱਕ ਵਾਰੀ ਇਹੋ ਜਿਹਾ ਦੌਰ ਵੀ ਜ਼ਿੰਦਗੀ ਦਾ ਆਇਆ ਕਿ ਜਦੋਂ ਲੋਕਾਂ ਨੂੰ ਵੀ ਲੱਗਣ ਲੱਗ ਗਿਆ, ਘਰਦਿਆਂ ਨੂੰ ਵੀ, ਸਕੂਲ ਦੇ ਜਿਹੜੇ ਅਧਿਆਪਕ ਸੀ ਵੀ ਹੁਣ ਇਹਦੇ ਪੈਰ ਨੇ ਜਿਹੜੇ ਸਹੀ ਜ਼ਿੰਦਗੀ ਦੀ ਰਾਹ ਤੋਂ ਉਖੜ ਚੁੱਕੇ ਨੇ ਅਤੇ ਹੁਣ ਇਹਨੇ ਜ਼ਿੰਦਗੀ ਦੇ ਵਿੱਚ ਕੁਛ ਬਣਨਾ ਨਹੀਂ ਹੈ ਨਾ? ਐਵੇਂ ਦਾ ਵੀ ਕੁਛ ਜ਼ਿੰਦਗੀ 'ਚ ਹੋਇਆ? ਬਿਲਕੁਲ ਇਹੋ ਜਿਹਾ ਇਸ ਤਰ੍ਹਾਂ ਸੀਗਾ ਮੈਮ ਵੀ ਮੈਂ ਬਹੁਤ ਸ਼ਰਾਰਤੀ ਕਿਸਮ ਦਾ ਬੱਚਾ ਸੀਗਾ ਸਕੂਲ ਟਾਈਮ, ਅਤੇ ਪੜ੍ਹਨ ਦਾ ਇਸ ਤਰੀਕੇ ਨਾਲ ਸੀ ਮੈਂ ਕਿਤਾਬਾਂ ਜੋ ਵੀ ਮਤਲਬ ਸਕੂਲ ਦਾ ਕੰਮ ਹੁੰਦਾ ਸੀ ਉਹ ਨਹੀਂ ਮੈਂ ਕਦੇ ਵੀ ਕਰਦਾ ਹੁੰਦਾ ਸੀ। ਜੋ ਵੀ ਅੱਜ ਵੀ ਬਣਾਉਂਦੇ ਆ ਸਕੂਲ ਦੇ ਵਿੱਚ ਪੱਕੀ ਕਾਪੀ ਵੀ ਸਾਰਾ ਕੰਮ ਲਿਖ ਕੇ ਲਿਖਣਾ, ਉਹ ਮੈਨੂੰ ਯਾਦ ਆ ਵੀ ਮੈਂ +2 ਤੱਕ ਜਾਂ 10ਵੀਂ ਤੱਕ ਵੀ ਮੈਂ ਕਦੇ ਇੱਕ ਕਾਪੀ ਵੀ ਨਹੀਂ ਬਣਾਈ ਸੀਗੀ ਉਹ। ਅਤੇ ਛੁੱਟੀਆਂ ਦਾ ਕੰਮ ਜੋ ਵੀ ਹੁੰਦਾ ਜੂਨ ਦਾ, ਉਹ ਮੈਂ ਕਦੇ ਵੀ ਨਹੀਂ 10 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਨਹੀਂ ਕੀਤਾ ਸੀਗਾ। ਅਤੇ ਉਹ ਕਈ ਵਾਰੀ ਮਤਲਬ ਟੀਚਰ ਹੁੰਦੇ ਸੀਗੇ ਉਹ ਸਾਡੇ ਮਤਲਬ ਕਈ ਵਾਰੀ ਕੋਈ ਕੁੱਟ ਕੱਟ ਵੀ ਦਿੰਦੇ ਸੀ ਛੋਟੇ, ਜੋ 5th 7th ਤੱਕ ਇਹੋ ਜਿਹੇ ਤੱਕ। ਉਦੋਂ ਬਾਅਦ ਉਹਨਾਂ ਨੂੰ ਮਤਲਬ ਇਹ ਵੱਡੇ ਹੋ ਜਾਂਦੇ ਆ, ਉਹਨਾਂ ਨੂੰ ਐਂ ਨਹੀਂ ਲੱਗਦਾ, ਫਿਰ ਉਹ ਘਰੇ ਫੋਨ ਕਰਦੇ ਹੁੰਦੇ ਸੀਗੇ ਕਿ ਵੀ ਤੁਹਾਡਾ ਬੱਚਾ ਪੜ੍ਹਦਾ ਨਹੀਂ ਹੈਗਾ, ਇਹਨੂੰ ਇਹ ਨਹੀਂ ਪਤਾ। ਅਤੇ ਘਰਦਿਆਂ ਨੂੰ ਇਹ ਚੀਜ਼ ਦਾ ਫਿਕਰ ਸੀਗਾ ਵੀ ਵੀ ਸਾਡਾ ਜਵਾਕ ਪੜ੍ਹ ਨਹੀਂ ਰਿਹਾ। ਅਤੇ ਪਰ ਉਹ ਇਹ ਚੀਜ਼ ਕੋਈ ਮਤਲਬ ਮੈਨੂੰ ਤਾਂ ਚਲੋ ਕੀ ਪਤਾ ਹੋਣਾ, ਮੈਂ ਤਾਂ ਬੱਚਾ ਸੀ, ਘਰ ਦੇ ਅਨਪੜ੍ਹ ਸੀਗੇ ਜਾਂ ਵੀ ਉਹ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਵੀ ਉਹ ਇੱਕ ਐਸੀ ਵੀ ਮੈਨੂੰ ਸਮਝ ਸਕਣ ਵੀ ਇਹ ਕਿਹੋ ਜਿਹੇ ਟਾਈਪ ਦਾ ਬੰਦਾ। ਵੈਸੇ ਵੀ ਮੈਨੂੰ ਲੱਗਦਾ ਵੀ ਜਿਹੜੇ ਆਪਣੇ ਪਿੰਡਾਂ ਵਾਲੇ ਪੇਰੈਂਟਸ ਹੁੰਦੇ ਹਨ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਵੀ ਸਾਡਾ ਜਿਹੜਾ ਬੱਚਾ ਸਿਰਫ ਪੜ੍ਹ ਲਿਖ ਕੇ ਕੁਛ ਬਣ ਸਕਦਾ ਹੈ ਨਾ। ਇਹ ਬਹੁਤ ਵੱਡੀ ਮਤਲਬ ਆਪਣੀ ਧਾਰਨਾ ਬਣੀ ਹੋਈ ਹੈ ਜੀ ਕਿ ਵੀ ਜਦੋਂ ਵੀ ਇੱਕ ਸਿੱਧਾ ਹਿਸਾਬ ਆ ਪਿੰਡਾਂ ਦੇ ਵਿੱਚ ਆਪਣੇ ਵੀ ਇੱਕ ਪੜ੍ਹੋ, ਉਸ ਤੋਂ ਬਾਅਦ ਕੋਈ ਸਰਕਾਰੀ ਨੌਕਰੀ ਕਰੋ ਅਤੇ ਤੁਹਾਡੀ ਜ਼ਿੰਦਗੀ ਬਹੁਤ ਖੁਸ਼ ਰਹੋਗੇ ਤੁਸੀਂ। ਪਰ ਇਹ ਵੀ ਮੈਨੂੰ ਇਹ ਚੀਜ਼ ਮੈਂ ਸਹਿਮਤ ਨਹੀਂ ਹੈਗਾ ਇਸ ਚੀਜ਼ ਨਾਲ। ਅਤੇ ਉਹੀ ਹਿਸਾਬ ਮਤਲਬ ਮੇਰੀ ਫੈਮਿਲੀ ਦਾ ਸੀਗਾ, ਹੋਇਆ ਅਜੇ ਤੱਕ ਵੀ ਮੇਰੀ ਫੈਮਿਲੀ ਨੇ ਮਤਲਬ ਪਹਿਲਾਂ ਇਹ ਸੀਗਾ ਵੀ ਤੂੰ ਪੜ੍ਹ ਲਾ, ਆਪਦਾ ਕੁਛ ਮਤਲਬ ਆਪਦਾ ਨੰਬਰ ਆਉਣੇ ਚਾਹੀਦੇ ਤੇਰੇ, ਇਸ ਤਰੀਕੇ ਨਾਲ ਸੀਗਾ। ਪਰ ਉਸ ਤੋਂ ਬਾਅਦ ਜਿਵੇਂ ਮੈਂ ਗ੍ਰੈਜੂਏਸ਼ਨ 'ਚ ਵਧੀਆ ਸਾਰਾ ਸਿਸਟਮ ਰਿਹਾ, ਫਿਰ ਉਹ ਹੁਣ ਰੋਕਦੇ ਨਹੀਂ, ਉਹ ਕਹਿੰਦੇ ਵੀ ਪੜ੍ਹਾਈ ਤੂੰ ਆਪਦੇ ਜਿਵੇਂ ਵੀ ਜੋ ਵੀ ਦਿਲ ਕਰਦਾ ਉਸ ਤਰੀਕੇ ਦੀ ਪੜ੍ਹਾਈ ਕਰੋ। ਅਤੇ ਵੀ ਅਸੀਂ ਤਾਂ ਉਹ ਕਹਿੰਦੇ ਅਸੀਂ ਤਾਂ ਪੈਸੇ ਦੇ ਸਕਦੇ ਹਾਂ ਵੀ ਜਿੰਨੇ ਕੁ ਵੀ ਅਸੀਂ ਸਾਰੇ ਆਪਣਾ ਹੈਗਾ ਸਿਸਟਮ, ਅਤੇ ਵੀ ਖਰਚ ਕਰ ਸਕਦੇ ਹਾਂ ਆਪਦਾ, ਕਰੋ ਅਤੇ ਪੜ੍ਹੋ, ਜੋ ਵੀ ਕਰਨਾ ਭਾਵੇਂ ਨੌਕਰੀ ਕਰਨੀ ਹੈ ਜਾਂ ਨਹੀਂ ਕਰਨੀ ਜਾਂ ਕੁਛ ਹੋਰ ਕਰਨਾ ਤਾਂ ਕਰ ਲਓ। ਤਾਂ ਕਰਕੇ ਉਸ ਹਿਸਾਬ ਨਾਲ ਚੱਲ ਰਿਹਾ ਜੀ ਅਜੇ ਤੱਕ। ਬਿਲਕੁਲ। ਮੈਂ ਗੱਲ ਕਰ ਰਹੀ ਸੀ ਵੀ ਜਦੋਂ ਇੱਕ ਐਵੇਂ ਜਿਹੇ ਦਾ ਵੇਲਾ ਆ ਗਿਆ ਸੀ ਹੈ ਨਾ ਵੀ ਸਾਰਿਆਂ ਨੂੰ ਲੱਗਦਾ ਸੀ ਵੀ ਇਹਨੇ ਕੁਛ ਬਣਨਾ ਨਹੀਂ, ਪਰ ਅੱਜ ਜਿਹੜਾ ਰੂਪ ਦੇਖਦੇ ਹਾਂ ਬੜਾ ਸੰਜੀਦਾ ਜਿਹਾ ਮੁੰਡਾ ਸਾਡੇ ਸਾਹਮਣੇ ਬੈਠਾ ਹੈ ਨਾ। ਅਤੇ ਇਹ ਬਦਲਾਅ ਫਿਰ ਕਿਵੇਂ ਆ ਗਿਆ? ਕਿਉਂਕਿ ਕਹਿੰਦੇ ਨੇ ਕਿ ਜਿਹਨੇ ਕੁਛ ਵਿਗੜਨਾ ਹੁੰਦਾ ਤਾਂ 16-17 ਸਾਲ ਦੀ ਉਮਰ ਹੁੰਦੀ ਹੈ ਕਿ ਉਹਨੇ ਉਸ ਉਮਰ 'ਚ ਹੀ ਵਿਗੜ ਜਾਣਾ ਹੁੰਦਾ ਹੈ ਨਾ। ਉਹ ਵਿਗੜਨ ਵਾਲੀ ਫਿਤਰਤ ਆ ਜਿਹੜੀ ਪਰਿਵਾਰ ਅਤੇ ਤੁਹਾਡੇ ਅਧਿਆਪਕ ਦੇਖਣ ਲੱਗ ਗਏ ਸੀਗੇ ਤੁਹਾਡੇ 'ਚ, ਫਿਰ ਇਹ ਇੱਕਦਮ ਬਦਲਾਅ ਕਿਵੇਂ ਆ ਗਿਆ? ਇਹ ਮੈਮ ਇੱਕਦਮ ਨਹੀਂ ਇਸ ਤਰੀਕੇ ਨਾਲ ਹੋਇਆ। ਜਦੋਂ ਵੀ ਮਤਲਬ ਮੇਰੇ ਇਹ ਜਿਹੜਾ ਇਸ ਦੌਰ ਸੀਗਾ ਵੀ ਕੁਛ ਮੰਨਣਾ ਨਹੀਂ ਜਾਂ ਇਹ ਬੜਾ ਵਿਗੜਿਆ ਹੋਇਆ ਬੱਚਾ, ਇਹ +1 +2 ਦੀ ਗੱਲ ਹੈ ਜੀ। ਮਤਲਬ ਜ਼ਿਆਦਾ +1 ਦੀ ਸੀਗੀ, 10ਵੀਂ ਅਤੇ +1 ਦੀ। ਅਤੇ ਮੈਂ 10ਵੀਂ ਤੋਂ ਬਾਅਦ ਸਕੂਲ ਚੇਂਜ ਕੀਤਾ ਅਤੇ ਉੱਥੇ ਵੀ ਮੇਰੇ ਇਸ ਤਰੀਕੇ ਨਾਲ ਹੀ ਸੀ ਵੀ ਨੰਬਰ ਨਹੀਂ ਮੇਰੇ ਆਉਂਦੇ ਹੁੰਦੇ ਸੀਗੇ ਅਤੇ ਬੜੇ ਘੱਟ ਨੰਬਰ ਆਉਂਦੇ ਹੁੰਦੇ ਸੀ ਕੋਈ ਵੀ ਚੀਜ਼ਾਂ 'ਚੋਂ। ਪਰ ਵੈਸੇ ਮੈਨੂੰ ਹਰੇਕ ਚੀਜ਼ ਪਤਾ ਹੁੰਦੀ ਸੀਗੀ, ਮਤਲਬ ਮੈਂ ਸ਼ੌਂਕੀਆ ਤੌਰ 'ਤੇ ਪੜ੍ਹ ਲੈਂਦਾ ਸੀਗਾ, ਜਾਂ ਵੀ ਮੈਂ ਪੜ੍ਹਨਾ ਵੀ ਤਾਂ ਵੀ ਆਪਣੇ ਤਰੀਕੇ ਨਾਲ ਪੜ੍ਹਨਾ ਵੀ ਮੈਨੂੰ ਕੋਈ ਚੀਜ਼ ਵੀ ਜੇ ਟੀਚਰ ਨੇ ਇਹ ਕਹਿ ਤਾ ਵੀ ਇਹ ਚੀਜ਼ ਸਹੀ ਆ ਤਾਂ ਮੈਂ ਉੱਥੇ ਵੀ ਜੇ ਮੈਂ ਸਵਾਲ ਬੋਲਦਾ ਮੈਂ ਬੜਾ ਘੱਟ ਹੁੰਦਾ ਸੀ ਕਲਾਸ 'ਚ, ਇਸ ਤਰੀਕੇ ਨਾਲ ਨਹੀਂ ਵੀ ਐਂ ਮੂਹਰੇ ਬੋਲਣਾ ਜਾਂ ਇਹ ਨਹੀਂ ਹੁੰਦਾ ਸੀ। ਅਤੇ ਉਹ ਮਤਲਬ ਮੈਨੂੰ ਆਪਦੀ ਧਾਰਨਾ ਹੁੰਦੀ ਸੀ ਵੀ ਯਾਰ ਇਹ ਗਲਤ ਗੱਲ ਹੈ, ਐਂ ਤਾਂ ਨਹੀਂ ਹੈਗੀ, ਗਲਤ ਪੜ੍ਹਾ ਰਹੇ ਆਪਾਂ ਨੂੰ। ਅਤੇ ਉਹ ਕਦੇ ਵੀ ਯਾਰਾਂ ਦੋਸਤਾਂ ਦੇ ਵਿੱਚ ਮੈਂ ਇਸ ਚੀਜ਼ ਨੂੰ ਮਤਲਬ ਬੋਲਦਾ ਰਹਿੰਦਾ ਇਹ ਗੱਲ ਵੀ ਆਏ ਆ ਯਾਰ ਮੈਂ ਫਲਾਣੇ ਥਾਂ ਪੜ੍ਹੀ ਸੀਗੀ, ਉੱਥੇ ਤਾਂ ਇਹ ਲਿਖਿਆ, ਅਤੇ ਜਾਂ ਮੈਨੂੰ ਫਲਾਣੇ ਨੇ ਦੱਸੀ ਹੈ ਇਹ ਗੱਲ। ਅਤੇ ਉਦੋਂ ਕਈ ਇਹ ਚੀਜ਼ਾਂ ਦਾ ਮਤਲਬ ਮੈਂ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਉਦੋਂ ਫਿਰ ਉਹ ਬੋਲਣ ਲੱਗ ਗਿਆ ਮੈਂ, ਮਤਲਬ ਜ਼ਿਆਦਾ ਪੜ੍ਹਨ ਲੱਗ ਗਿਆ, ਮੈਨੂੰ ਪਤਾ ਲੱਗ ਗਿਆ ਵੀ ਇਹ ਤਾਂ ਗਲਤ ਆ ਕੋਈ ਵੀ ਚੀਜ਼, ਵੀ ਸਾਰੀਆਂ ਨਹੀਂ ਕੁਛ ਕੁ ਗੱਲਾਂ ਹੁੰਦੀਆਂ ਸੀਗੀਆਂ। ਅਤੇ ਉਹ ਮੈਂ ਉਸ ਤੋਂ ਬਾਅਦ ਮੈਂ ਸਵਾਲ ਕਰ ਲੈਂਦਾ ਸੀ ਕਈ ਟੀਚਰਸ ਨੂੰ, ਅਤੇ ਉਹਨਾਂ ਨੂੰ ਫਿਰ ਇਹ ਲੱਗਦਾ ਸੀਗਾ ਵੀ ਇਹ ਐਂ ਕਿਉਂ ਵੀ ਇੱਕ ਅਲੱਗ ਨਜ਼ਰੀਆ ਹੀ ਆ, ਕਿਉਂਕਿ ਉਹਨਾਂ ਦੇ ਇੱਕ ਨਜ਼ਰੀਏ ਸੈੱਟ ਹੋਏ ਸੀਗੇ ਵੀ ਉਸ ਚੀਜ਼ ਨੂੰ ਉਵੇਂ ਹੀ ਲੈਣਾ, ਇੱਕ ਨਵੇਂ ਨਜ਼ਰੀਏ ਤੋਂ ਦੇਖਣ ਦੀ ਜਿਹੜੀ ਉਹ ਮਹਿਸੂਸ ਨਹੀਂ ਕਰ ਸਕਦੇ ਸੀਗੇ ਜਾਂ ਕਰਨਾ ਚਾਹੁੰਦੇ ਨਹੀਂ ਸੀ। ਬਿਲਕੁਲ। ਅਤੇ ਉਹਨਾਂ ਨੇ ਫਿਰ ਇਹ ਪਰਸੈਪਸ਼ਨ ਜੀ ਬਣ ਗਈ ਸੀ ਉਹਨਾਂ ਦੇ ਮਨਾਂ ਦੇ ਵਿੱਚ
ਵੀ ਇਹ ਇਸ ਤਰ੍ਹਾਂ ਦਾ ਵਿਗੜਿਆ ਜਿਹਾ ਹੋਇਆ ਇਨਸਾਨ ਆ। ਉਹ ਘਰੇ ਵੀ ਫੋਨ ਕਰ ਦਿੰਦੇ ਸੀ, ਘਰ ਦੇ ਉਹ ਘਰੇ ਰੌਲਾ ਪੈ ਜਾਂਦਾ ਸੀ ਇਹ ਚੀਜ਼ ਦਾ ਵੀ ਤੈਨੂੰ ਅਸੀਂ ਪੜ੍ਹਨ ਭੇਜਦੇ ਹਾਂ ਅਤੇ ਤੂੰ ਉੱਥੇ ਪੜ੍ਹਦਾ ਨਹੀਂ, ਤੇਰੇ ਟੀਚਰਸ ਦੇ ਫੋਨ ਆਉਂਦੇ ਆ ਇਸ ਤਰੀਕੇ ਨਾਲ। ਪਰ ਉਹ ਮੈਂ ਕਿਸੇ ਲੋਟ ਕਰੀ ਜਾਂਦਾ ਵੀ ਮੈਂ ਵੀ ਥੋੜ੍ਹਾ ਡਿਸਟਰਬ ਰਹਿੰਦਾ ਸੀ, ਘਰ ਦੇ ਵੀ ਰਹਿੰਦੇ ਸੀਗੇ। ਅਤੇ ਪਰ ਉਦੋਂ ਹੀ ਮੇਰੇ ਇੱਕ ਟੀਚਰ ਸੀਗੇ ਉਹ ਜਸਵਿੰਦਰ ਯਾਦ, ਉਹ ਵੀ ਵਧੀਆ ਰਾਈਟਰ ਨੇ। ਅਤੇ ਉਹਨਾਂ ਨੂੰ ਪਰ ਇਹ ਲੱਗਦਾ ਹੁੰਦਾ ਸੀ, ਉਹ ਪੰਜਾਬੀ ਲਿਟਰੇਚਰ ਪੜ੍ਹਾਉਂਦੇ ਸੀ ਮੈਨੂੰ ਪਲੱਸ 2 'ਚ, ਅਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਇਹ ਮਤਲਬ ਸਹੀ ਹੈ ਇਹ ਇਸ ਤਰੀਕੇ, ਕਿਉਂਕਿ ਮੈਂ ਲਿਖਦਾ ਹੁੰਦਾ ਸੀ ਅਤੇ ਉਹਨਾਂ ਨੂੰ ਪਤਾ ਸੀ ਇਹ ਚੀਜ਼। ਮਤਲਬ ਮੈਂ ਜਿਹੋ ਜਿਹਾ ਬਿਹੇਵ ਕਰਦਾ ਸੀਗਾ ਉਹਦੇ ਉਲਟ ਲਿਖਦਾ ਹੁੰਦਾ ਸੀ ਬਿਲਕੁਲ। ਅਤੇ ਉਹਨਾਂ ਨੂੰ ਇਹ ਚੀਜ਼ ਦੀ ਸ਼ਾਇਦ ਇਹ ਮਤਲਬ ਭਿਣਕ ਸੀਗੀ ਕਿ ਜਿਹੜਾ ਅਸਲੀ ਆ ਉਹ ਆ ਇਹ ਮਾਹੌਲ ਦਾ ਬਣਾਇਆ ਹੋਇਆ ਸੀ ਇਹ। ਅਤੇ ਤਾਂ ਕਰਕੇ ਉਹਨਾਂ ਨੇ ਫਿਰ ਮੈਨੂੰ ਕਿਹਾ ਸੀ ਵੀ ਤੂੰ ਇੱਥੇ ਨਹੀਂ ਰਹਿਣਾ, ਵੀ ਤੂੰ ਚੰਡੀਗੜ੍ਹ ਪੜ੍ਹਨਾ ਅਤੇ ਉੱਥੇ ਜਾ ਆਪਦਾ ਕਿਸੇ ਲੋਟ ਵੀ। ਅਤੇ ਉਦੋਂ ਬਾਅਦ ਵੀ ਮੈਂ ਇੱਥੇ DAV ਕਾਲਜ ਐਡਮਿਸ਼ਨ ਲੈ ਲਈ ਸੀਗੀ। ਬਿਲਕੁਲ, ਮੈਨੂੰ ਤੁਹਾਡੀ ਗੱਲ ਤੋਂ ਇੱਕ ਗੱਲ ਮਤਲਬ ਯਾਦ ਆ ਰਹੀ ਹੈ ਵੀ ਜੇ ਸੱਚੀ ਬੱਚਿਆਂ ਨੂੰ ਹੈ ਨਾ ਅਧਿਆਪਕ ਚੰਗਾ ਮਿਲਦਾ ਤਾਂ ਉਹ ਨਲਾਇਕ ਤੋਂ ਨਲਾਇਕ ਬੱਚੇ ਨੂੰ ਵੀ ਨਿਖਾਰ ਸਕਦਾ ਹੈ ਨਾ। ਪਰ ਕਿਤੇ ਕਿਤੇ ਇਹ ਵੀ ਹੈ ਕਿ ਆਕੜ ਦੇ ਵਿੱਚ ਅਸੀਂ ਬਹੁਤ ਚੰਗੇ ਗੁਣਾਂ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਗਲਤ ਰਾਹ 'ਤੇ ਪਾ ਦਿੰਦੇ ਹਾਂ ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਪੰਜਾਬੀ ਦੇ ਹੈ ਨਾ ਅਧਿਆਪਕ ਸੀਗੇ, ਉਹਨਾਂ ਨੇ ਤੁਹਾਨੂੰ ਸਹੀ ਰਾਹ 'ਤੇ ਵੀ ਚਾਹੇ ਮੈਂ ਕਹਿਦਾ ਪਾਤਾ, ਚਾਹੇ ਲਿਖਣ ਵਾਲੀ ਰਾਹ 'ਤੇ ਵੀ। ਬਿਲਕੁਲ ਇੱਦਾਂ ਜਦੋਂ ਮੈਂ 6ਵੀਂ ਕਲਾਸ 'ਚ ਪੜ੍ਹਦੀ ਸੀ ਤਾਂ ਮੈਨੂੰ ਲੱਗਦਾ ਵੀ ਜੇ ਮੈਂ ਲਿਖਣਾ ਸ਼ੁਰੂ ਕੀਤਾ ਜਾਂ ਲਿਖਣਾ ਸਿੱਖਿਆ ਤਾਂ ਮੇਰੇ ਪੰਜਾਬੀ ਦੇ ਅਧਿਆਪਕ ਸੀ ਸੁਖਦੇਵ ਸਿੰਘ ਹੈ ਨਾ। ਅੱਜ ਵੀ ਉਹ ਜੇ ਸੁਣ ਰਹੇ ਹੋਣਗੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੋਊ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਕੋਈ ਘਰੋਂ ਕਹਾਣੀ ਲਿਖ ਕੇ ਲਿਆ ਆਪਦੇ ਘਰ ਦੇ ਕਿਸੇ ਜੀ ਦੇ ਉੱਪਰ ਹੈ ਨਾ। ਹੋ ਸਕਦਾ ਉਹਨਾਂ ਨੇ ਮੇਰੇ ਹਾਵ ਭਾਵ ਤੋਂ ਇਹ ਚੀਜ਼ ਨੋਟ ਕੀਤੀ ਹੋਵੇ ਇਹ ਲਿਖ ਸਕਦੀ ਆ। ਸੋ ਬਹੁਤ ਚੰਗੀ ਗੱਲ ਹੈ ਕਿ ਤੁਹਾਨੂੰ ਉਸ ਰਾਹ 'ਤੇ ਹੈ ਨਾ ਜਿੱਥੇ ਸ਼ਾਇਦ ਤੁਸੀਂ ਸਹੀ ਜ਼ਿੰਦਗੀ ਵੱਲ ਨਾ ਮੁੜਦੇ ਇੱਕ ਚੰਗਾ ਅਧਿਆਪਕ ਆ ਜਿਹੜਾ ਮਿਲਿਆ। ਚੰਡੀਗੜ੍ਹ ਦੀ ਜਦੋਂ ਅਸੀਂ ਗੱਲ ਕਰਦੇ ਹੁੰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ, ਮਾਂ ਪਿਓ ਦੇ ਦਿਮਾਗ ਦੇ ਵਿੱਚ ਖਾਸ ਕਰਕੇ ਇਹ ਚੀਜ਼ਾਂ ਆ ਜਾਂਦੀਆਂ ਨੇ ਕਿ ਜੀ ਚੰਡੀਗੜ੍ਹ ਤਾਂ ਬ੍ਰਾਂਡਡ ਕੱਪੜਿਆਂ ਦਾ, ਵੱਡੀਆਂ ਕਾਰਾਂ ਦਾ, ਐਸ਼ੋ ਆਰਾਮ ਦਾ ਸ਼ਹਿਰ ਆ ਹੈ ਨਾ। ਫਿਰ ਤੁਸੀਂ ਤਾਂ ਫਿਰ ਵੀ ਉਸ ਟਾਈਮ ਜਿਹਦੇ ਵਿੱਚ ਸੀ ਜਦੋਂ ਘਰਦਿਆਂ ਨੂੰ ਲੱਗਦਾ ਸੀ ਸਾਡੀ ਗੱਲ ਹੀ ਨਹੀਂ ਸੁਣਦਾ, ਚੰਡੀਗੜ੍ਹ ਆਉਣ ਲਈ ਮੰਨ ਕੇ ਘਰ ਦੇ? ਸਹੀ ਗੱਲ ਦੱਸਾਂ ਤਾਂ ਸਾਡੇ ਘਰ ਉਸ ਹਫ਼ਤਾ ਕੁ ਦਾ ਵੀ ਚੱਕਰ ਚੱਲਦਾ ਰਿਹਾ ਅਤੇ ਉਹਨਾਂ 'ਚੋਂ ਕਈ ਦਿਨ ਵੀ ਐਂ ਰੋਟੀ ਨਹੀਂ ਖਾਂਦਾ ਹੁੰਦਾ ਸੀ ਕੋਈ ਹੱਥ ਨੇ। ਉਹ ਇਸ ਤਰ੍ਹਾਂ ਸੀ, ਮੇਰੇ ਕੁਛ ਦੋਸਤ ਲੱਗਣਾ ਸੀ ਚੰਡੀਗੜ੍ਹ, ਉਹਨੇ DAV ਕਾਲਜ ਹੀ। ਅਤੇ ਉਸ ਤੋਂ ਪਹਿਲਾਂ ਵੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਮੈਂ ਚੰਡੀਗੜ੍ਹ ਪੜ੍ਹਨ ਜਾਣਾ, ਕਿਉਂਕਿ ਮੈਨੂੰ ਇਹ ਸੀ ਵੀ ਮੈਂ ਨਹੀਂ ਪੜ੍ਹ ਸਕਦਾ ਉੱਥੇ ਫਾਈਨੈਂਸ਼ੀਅਲੀ, ਜਾਂ ਵੀ ਮੇਰਾ ਕਿਉਂਕਿ ਇੱਕ ਮੈਂ ਇਕੱਲਾ ਘਰਦਿਆਂ ਦਾ ਇਕੱਲਾ ਮੁੰਡਾ ਹੋਣ ਕਰਕੇ ਇਹ ਚੀਜ਼ਾਂ ਜ਼ਿੰਮੇਵਾਰੀਆਂ ਥੋੜ੍ਹੀਆਂ ਮੈਂ ਮਹਿਸੂਸ ਕਰਦਾ ਸੀ। ਅਤੇ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਜਾਣਾ ਇੱਕ ਵਾਰੀ ਅਤੇ ਮੈਨੂੰ ਵੇਖ ਆਉਣ। ਤਾਂ ਮੈਂ ਉਦੋਂ ਪਹਿਲਾਂ ਚੰਡੀਗੜ੍ਹ ਵੀ ਨਹੀਂ ਆਇਆ ਸੀ ਕਦੇ ਵੀ, ਅਤੇ ਵੀ ਮੈਂ ਵੇਖ ਤਾਂ ਆਵਾਂ ਰਾਜਧਾਨੀ ਆਪਣੀ ਅਤੇ ਪਤਾ ਤਾਂ ਹੋਣਾ ਚਾਹੀਦਾ ਕੁਛ। ਘਰਦੇ ਕਹਿੰਦੇ ਚਲੋ ਇੱਕ ਵਾਰੀ ਜਾ ਆ। ਮੈਂ ਉਦੋਂ ਸਾਰੇ ਕਾਲਜਾਂ ਦੇ ਵਿੱਚ ਮਤਲਬ 1-2 ਦਿਨ ਰਹੇ ਸੀ ਅਸੀਂ ਇੱਥੇ ਕਿਸੇ ਦੋਸਤ ਕੋਲ, ਅਤੇ ਮਤਲਬ ਗੇੜਾ ਮਾਰ ਗਿਆ। ਉਦੋਂ ਬਾਅਦ ਘਰੇ ਮੈਂ ਕਿਹਾ ਵੀ ਮੈਂ ਤਾਂ ਉੱਥੇ ਹੀ ਲੱਗਣਾ ਜਾ ਕੇ, ਅਤੇ ਵੀ ਮੈਂ ਨਹੀਂ ਇੱਥੇ ਪੜ੍ਹ ਸਕਦਾ। ਘਰਦਿਆਂ ਨੇ ਵੀ ਮਤਲਬ ਕਿਹਾ ਵੀ ਨਹੀਂ, ਇਹ ਵੀ ਤੂੰ ਜਾਣਾ ਸੀ ਉੱਥੇ ਜਾ ਆਇਆ, ਫਿਰ ਵੀ ਜਾ ਆਈ, ਘੁੰਮੇ ਆਈ, ਕੋਈ ਗੱਲ ਨਹੀਂ। ਅਤੇ ਪਰ ਵੀ ਪੜ੍ਹ ਤਾਂ ਤੂੰ ਇੱਥੇ ਵੀ, ਘਰੇ ਕੰਮ ਵੀ ਕਿਉਂ ਖੇਤੀਬਾੜੀ ਹੋਣ ਕਰਕੇ ਇਹ ਘਰਦਿਆਂ ਨੂੰ ਵੀ ਲਾਹਾ ਹੀ ਹੁੰਦਾ ਵੀ ਕੁਛ ਵੀ ਕਰਾ ਦੇ ਤਾਂ ਵੀ ਬੋਨਸ ਹੀ ਆ ਉਹਨਾਂ ਵਾਸਤੇ ਤਾਂ। ਅਤੇ ਕਹਿੰਦੇ ਵੀ ਆਪਣਾ ਕੰਮ ਆ ਅਤੇ ਤੂੰ ਵੀ ਕਰਨਾ ਹੁੰਦਾ ਤੂੰ ਵੀ ਕਰਿਆ ਕਰ ਕੰਮ ਜੇ ਉਹ। ਅਤੇ ਪਰ ਮੈਂ ਕਿਹਾ ਵੀ ਨਹੀਂ, ਵੀ ਘਰਦੇ ਮੈਨੂੰ ਰੋਜ਼ ਫੀਸ ਦੇ ਦਿਆ ਕਰਨ ਵੀ ਇੱਥੇ ਕਿਸੇ ਕਾਲਜ 'ਚ ਭਰਿਆ। ਉਹ ਫੀਸ ਪ੍ਰਾਈਵੇਟ ਕਾਲਜ ਸੀਗੇ, 40-50 ਹਜ਼ਾਰ ਰੁਪਈਆ ਫੀਸ ਹੁੰਦੀ ਸੀ। ਮੈਨੂੰ ਨਿੱਤ 50 ਹਜ਼ਾਰ ਰੁਪਈਆ ਫੜਾ ਦਿਆ ਕਰੇ ਪਾਪਾ ਵੀ ਜੋ ਫੀਸ ਭਰਿਆ, ਮੈਂ ਉਵੇਂ ਉੱਥੇ ਰੱਖਿਆ ਕਰਾਂ, ਪਿਆ ਰਿਹਾ ਕਰਾਂ। ਫਿਰ ਇੱਕ ਦਿਨ ਪਾਪਾ ਨੂੰ ਕਿਸੇ ਲੋਟ ਪਤਾ ਲੱਗ ਗਿਆ ਕਿ ਚੰਡੀਗੜ੍ਹ ਐਡਮਿਸ਼ਨਾਂ ਦੀ ਵੀ ਲਾਸਟ ਡੇਟ ਆ ਹੁਣ। ਅਤੇ ਫਿਰ ਮੇਰੇ ਕੋਲ ਆਏ, ਕਹਿੰਦੇ ਉਹ ਲਾਸਟ ਡੇਟ ਕਦੋਂ ਆ ਉੱਥੋਂ ਵਾਲੀ? ਮੈਂ ਕਿਹਾ ਪਤਾ ਨਹੀਂ, ਇੱਕ ਅੱਧੇ ਦਿਨ 'ਚ ਹੋਊਗੀ। ਅਤੇ ਕਹਿੰਦੇ ਚੱਲ ਫਿਰ ਭਰਿਆ ਉੱਥੇ ਜਾ ਕੇ, ਦਾਖਲਾ ਭਰਤੀ ਜਾ ਕੇ। ਅਤੇ ਫਿਰ ਮੈਂ ਉੱਥੇ ਮਤਲਬ ਰਾਤ ਨੂੰ ਸੁਬਾਹ ਟ੍ਰੇਨ 'ਤੇ ਆਇਆ ਸੀ ਉਸ ਦਿਨ, ਅਤੇ ਆ ਕੇ ਇੱਕ ਕੋਈ ਹੋਰ ਫਰੈਂਡ ਸੀਗਾ ਅਤੇ DAV ਕਾਲਜ ਐਡਮਿਸ਼ਨ ਕਰਾਤੀ ਸੀ। ਅਤੇ ਉਹ ਕਿਸਮਤ ਵੀ ਮੇਰੀ ਇਹੋ ਜਿਹੀ ਸੀ ਵੀ ਚੰਡੀਗੜ੍ਹ ਲੱਗਣਾ ਹੀ ਲੱਗਣਾ ਸੀ। DAV ਕਾਲਜ ਉਹ ਦਿਨਾਂ ਦੇ ਵਿੱਚ ਐਡਮਿਸ਼ਨ ਬਹੁਤ ਔਖੀ ਹੁੰਦੀ ਸੀਗੀ, ਅਤੇ ਮਤਲਬ ਕਈ ਦਿਨ ਲੰਘ ਜਾਂਦੇ ਹੁੰਦੇ ਸੀ ਵੀ ਯਾਰ ਹਜੇ ਨਹੀਂ ਤੁਹਾਡੇ ਆਇਆ, ਮੈਰਿਟ ਨਹੀਂ ਆਈ, ਇਹ ਨਹੀਂ ਆਇਆ। ਅਤੇ ਮੈਂ ਮਤਲਬ ਕਾਲਜ 'ਚ ਗਿਆ, ਕੋਲੇ ਮੇਰੇ ਪੈਸੇ ਸੀਗੇ, ਫਾਰਮ ਲਿਆ, ਫਾਰਮ ਭਰਿਆ, ਅਤੇ ਉੱਥੇ ਉਹਨਾਂ ਤੋਂ ਸਟੈਂਪ ਲਾਤੀ, ਉਹਨਾਂ ਨੇ ਵੀ ਅਪਰੂਵ, ਅੱਗੇ ਜਾ ਕੇ ਫੀਸ ਭਰਤੀ। ਮੈਂ ਅੱਧੇ ਘੰਟੇ 'ਚ ਐਡਮਿਸ਼ਨ ਕਰਾ ਕੇ ਕਾਲਜ ਤੋਂ ਬਾਹਰ ਆ ਗਿਆ ਸੀਗਾ। ਅਤੇ ਇਹ ਚੀਜ਼ਾਂ ਦਾ ਨਾ ਆਪਣੇ ਹਜੇ ਵੀ ਮਤਲਬ ਜਿਹੜਾ ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀਗਾ ਕਿ ਵੀ ਆਪਣੇ ਹਊਆ ਬਹੁਤ ਹੈ ਇਸ ਚੀਜ਼ ਦਾ। ਬਿਲਕੁਲ। ਅਤੇ ਉਹ ਜਿਹੜੇ ਅੱਜ ਕੱਲ੍ਹ ਬੱਚੇ ਸਾਰਿਆਂ ਦੇ ਬੜੇ ਘੱਟ ਹੈ ਨਾ, 1 ਜਾਂ 2 ਬੱਚੇ ਹੁੰਦੇ ਨੇ, ਅਤੇ
ਜਦੋਂ ਵੀ ਸਾਡੇ ਪਿੰਡ ਵੀ ਕਿਸੇ ਨੇ ਲੱਗਣਾ ਹੁੰਦਾ ਚੰਡੀਗੜ੍ਹ ਜਾਂ ਕਿਤੇ ਵੀ, ਤਾਂ ਉਹ ਜ਼ਿਆਦਾਤਰ ਮੈਨੂੰ ਪੁੱਛਦੇ ਆ ਵੀ ਅਸੀਂ ਇੱਥੇ ਆਪਣਾ ਮੁੰਡਾ ਲਾਉਣਾ ਪੜ੍ਹਨਾ। ਅਤੇ ਆਹੀ ਬੈਚ ਦੀ ਗੱਲ ਆ, ਪਿਛਲੀ ਵਾਰੀ ਮੈਨੂੰ ਫੋਨ ਆਇਆ ਅਤੇ ਕਹਿੰਦੇ ਵੀ ਅਸੀਂ ਲਾਉਣਾ। ਮੈਂ ਕਿਹਾ ਵੀ ਲਾ ਦਿਓ, ਇਸ 'ਚ ਕੀ ਵੱਡੀ ਗੱਲ ਆ, ਵੀ ਐਡਮਿਸ਼ਨ ਹੋ ਜੂਗੀ, ਕਰਾ ਦਿਓ। ਅਤੇ ਕਹਿੰਦੇ ਵੀ ਸਾਨੂੰ ਪਤਾ ਨਹੀਂ ਹੈਗਾ ਕੀ। ਮੈਂ ਕਿਹਾ ਵੀ ਮੈਂ ਦੱਸ ਦੂੰਗਾ ਵੀ ਆ ਇੱਥੇ ਮਿਲਣਾ ਇਹਨਾਂ ਨੂੰ, ਇਹ ਫੋਰਮ ਭਰਨਾ। ਕਹਿੰਦੇ ਵੀ ਨਸ਼ਾ ਪੱਤਾ ਦਾ ਸਾਨੂੰ ਡਰ ਆ ਯਾਰ, ਵੀ ਹੋਰ ਤਾਂ ਵੀ ਕੋਈ ਚੱਕਰ ਨਹੀਂ ਹੈਗਾ, ਜਵਾਕ ਤਾਂ ਸਾਡੇ ਪੜ੍ਹ ਪੁੜ੍ਹ ਤਾਂ ਲੈਣਗੇ। ਮੈਂ ਕਿਹਾ ਵੀ ਨਸ਼ੇ ਪੱਤੇ ਦਾ ਕਿਵੇਂ ਡਰ ਆ? ਮੈਂ ਅਸਲ 'ਚ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਸੀ ਕਿ ਵੀ ਨਸ਼ੇ ਪੱਤੇ ਬਹੁਤ ਆ ਨਾ ਚੰਡੀਗੜ੍ਹ। ਮੈਂ ਕਿਹਾ ਵੀ ਤੁਹਾਡੇ ਮੁੰਡੇ ਪਹਿਲਾਂ ਕਿੱਥੇ ਪੜ੍ਹਦੇ ਸੀਗੇ? ਅੱਗੇ ਵੀ ਉਹਨਾਂ ਨੇ ਦੱਸਿਆ ਥਾਂ ਦਾ ਨਾਮ। ਮੈਂ ਕਿਹਾ ਵੀ ਉੱਥੇ ਕਿਹੜਾ ਹੈ ਨਹੀਂ ਗੇ ਨਸ਼ੇ। ਅਤੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਹਰੇਕ ਥਾਂ ਦੇ ਉੱਤੇ ਹਰੇਕ ਚੀਜ਼ ਹੀ ਅਵੇਲੇਬਲ ਹੈਗੀ ਆ। ਉਹ ਤੁਹਾਡੀ ਆਪ ਦੀ ਸਮਝ ਆ ਵੀ ਤੁਸੀਂ ਕਿਹੜੀ ਚੀਜ਼ ਕੈਰੀ ਕਰਨੀ ਹੈ ਕਿਤੋਂ। ਅਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹ ਤੁਹਾਡੇ ਵਾਲੀ ਸਿਚੁਏਸ਼ਨ ਮੇਰੇ ਪਾਪਾ 'ਤੇ ਆਈ ਹੋਈ ਸੀਗੀ ਕੁਛ ਸਾਲ ਪਹਿਲਾਂ, 5-6 ਸਾਲ। ਤੁਸੀਂ ਉਹਨਾਂ ਨਾਲ ਗੱਲ ਕਰੋ ਅਤੇ ਉਹ ਤੁਹਾਨੂੰ ਜ਼ਿਆਦਾ ਬੈਟਰ ਸਮਝਾ ਸਕਦੇ ਆ। ਅਤੇ ਫਿਰ ਉਹਨਾਂ ਨੇ ਉਹ ਪਾਪਾ ਕੋਲ ਗਏ, ਪਰ ਪਾਪਾ ਨੇ ਵੀ ਇਹੀ ਗੱਲ ਹੀ ਕਹੀ ਉਹਨਾਂ ਨੂੰ ਵੀ ਇਹ ਤਾਂ ਤੁਹਾਡੇ ਆਪ ਦੇ ਬੱਚਿਆਂ 'ਤੇ ਆ ਵੀ ਉਹ ਕਿਹੋ ਜਿਹੀ ਚੀਜ਼ ਕੈਰੀ ਕਰਨਗੇ ਜਾਂ ਤੁਸੀਂ ਉਹਨਾਂ ਨੂੰ ਕਿਵੇਂ ਤਿਆਰ ਕੀਤਾ। ਅਤੇ ਵੀ ਮੈਨੂੰ ਵੀ ਬਹੁਤ ਡਰ ਸੀਗਾ, ਕਿਉਂਕਿ ਵੀ ਮੇਰਾ ਤਾਂ ਇੱਕ ਮੈਂ ਸੀਗਾ ਵੀ ਉਹੋ ਜਿਹੇ ਕਿਸਮ ਦਾ ਥੋੜ੍ਹਾ ਜਿਹਾ ਸੁਭਾਅ ਮੇਰਾ। ਅਤੇ ਉਹ ਕਹਿੰਦੇ ਪਰ ਵੀ ਉਹ ਸਹੀ ਰਾਹ, ਸਾਰਾ ਕੁਛ ਸਹੀ ਆਪਦਾ ਕੰਮ ਕਰਦਾ। ਕੁਛ ਬਣੇ ਨਾ ਬਣੇ, ਘੱਟੋ ਘੱਟ ਜਿਹੜਾ ਕੰਮ ਕਰਨ ਗਿਆ, ਉਹ ਡਿਗਰੀ ਲੈਣ ਗਿਆ, ਉਹ ਡਿਗਰੀ BA ਕਰਕੇ ਆ ਜਾਊ, ਆਪਣੀ ਗ੍ਰੈਜੂਏਸ਼ਨ ਕਰਿਆ, ਉਦੋਂ ਬਾਅਦ ਪੋਸਟ ਗ੍ਰੈਜੂਏਸ਼ਨ ਆ ਮੇਰੀ। ਮੈਂ ਕਿਹਾ ਵੀ ਉਹ ਕਹਿੰਦੇ ਉਹ ਕਰਕੇ ਆਊਗਾ ਉਹ। ਅਤੇ ਮਤਲਬ ਇੱਕ ਇਹ ਵੀ ਨਾ ਵੀ ਜੇ ਚੰਡੀਗੜ੍ਹ ਗਿਆ ਤਾਂ ਨੌਕਰੀ ਲੱਗ ਕੇ ਆਉਣਾ ਪਿੰਡ। ਅਤੇ ਉਹ ਫਿਰ ਘਰਦਿਆਂ ਨੂੰ ਮੈਂ ਸਮਝਾਇਆ ਹੋਇਆ ਵੀ ਇਹ ਪੜ੍ਹਾਈ ਕਰਨ ਗਿਆ ਹੋਇਆ, ਮੈਂ ਨੌਕਰੀ ਲੱਭਣ ਨਹੀਂ ਗਿਆ ਹੋਇਆ, ਅਤੇ ਪੜ੍ਹਾਈ ਕਰਕੇ ਆ ਜਾਣਾ। ਅਤੇ ਨੌਕਰੀ ਮਿਲ ਗਈ ਜਾਂ ਮੈਂ ਕਰਨੀ, ਘਰਦਿਆਂ ਨੂੰ ਇਹੀ ਵੀ ਹਜੇ ਵੀ ਨੌਕਰੀ ਕਰੂ, ਪਰ ਮੇਰਾ ਨੌਕਰੀ ਕਿਸੇ ਵੀ ਕਰਨ ਦਾ ਹਜੇ ਕੋਈ ਇਰਾਦਾ ਨਹੀਂ ਹੈਗਾ। ਅਤੇ ਇਸ ਤਰੀਕੇ ਨਾਲ ਮਤਲਬ ਘਰ ਦੇ ਮਨਾ ਲਏ ਸੀ ਔਖੇ ਸੌਖੇ। ਦੇਖੋ ਇੱਥੇ ਵੀ ਦੋ ਗੱਲਾਂ ਹੁੰਦੀਆਂ ਨਾ। ਕਈ ਵਾਰੀ ਇਹ ਹੁੰਦਾ ਕਿ ਅੱਜ ਕੱਲ੍ਹ ਬਹੁਤ ਸਾਰੇ ਮਾਪਿਆਂ ਨਾਲ ਜੇ ਤੁਸੀਂ ਗੱਲ ਕਰਦੇ ਹੋ, ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਬੱਚਾ ਪਿੰਡ 'ਚੋਂ ਨਿਕਲ ਜਾਵੇ, ਕਿਉਂਕਿ ਹੁਣ ਬਹੁਤਾਤ ਆ ਜਿਹੜੀ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ ਨਸ਼ਿਆਂ ਦੀ ਜਿਹੜੀ ਜ਼ਿਆਦਾ ਹੋ ਗਈ ਹੈ ਨਾ। ਦੂਜੀ ਗੱਲ, ਜਦੋਂ ਤੁਹਾਡੇ ਵਰਗਾ ਕੋਈ ਨੌਜਵਾਨ ਬਣ ਕੇ ਕੁਛ ਪਿੰਡ ਜਾਊਗਾ ਜਾਂ ਫਿਰ ਕੁਛ ਚੰਗੀਆਂ ਲੀਹਾਂ ਸਾਬਿਤ ਕਰਕੇ ਜਾਊਗਾ ਹੈ ਨਾ, ਤਾਂ ਬਹੁਤ ਸਾਰੇ ਹੋਰ ਬੱਚੇ ਨੇ ਜਿਹੜੇ ਉਹਨਾਂ ਦੇ ਮਾਪਿਆਂ ਦੇ ਵੀ ਡਰ ਦੂਰ ਹੋ ਜਾਂਦੇ ਆ ਅਤੇ ਉਹਨਾਂ ਲਈ ਵੀ ਨਵੇਂ ਰਾਹ ਨੇ ਜਿਹੜੇ ਖੁੱਲ੍ਹਦੇ ਨੇ। ਤੁਹਾਡੇ ਤਰ੍ਹਾਂ ਹੋ ਸਕਦਾ ਅੱਜ ਤੋਂ 2-3 ਸਾਲ ਬਾਅਦ ਵੀ ਕੋਈ ਸੁਪਨਾ ਦੇਖ ਰਿਹਾ ਹੋਵੇ ਵੀ ਮੈਂ ਚੰਡੀਗੜ੍ਹ ਜਾ ਕੇ ਪੜ੍ਹਨਾ ਹੈ ਨਾ। ਇਹ ਚੰਗੀ ਗੱਲ ਹੈ ਕਿ ਤੁਸੀਂ ਕੁਛ ਚੰਗਾ ਹੀ ਸਿੱਖਿਆ। ਹੁਣ ਜਿਹੜੀ ਚੀਜ਼ ਲਈ, ਜਿਹੜੀ ਗੱਲ ਲਈ ਹੈ ਨਾ ਆਪਾਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਰੂਬਰੂ ਕਰ ਰਹੇ ਹਾਂ, ਉਹ ਚੀਜ਼ ਇਹ ਵੀ ਤੁਹਾਡੀ ਕਵਿਤਾ ਅਤੇ ਗਜ਼ਲ ਬਹੁਤ ਖੂਬਸੂਰਤ ਹੈ ਨਾ। ਇਹਦੇ ਲਿਖਣ ਵੱਲ ਕਿਵੇਂ ਆਏ? ਪਹਿਲਾਂ ਮੈਂ ਚਾਹੁੰਦੀ ਹਾਂ ਵੀ ਇੱਕ ਅੱਧਾ ਸ਼ੇਅਰ ਸਾਨੂੰ ਸੁਣਾ ਦਿਓ ਤੁਸੀਂ ਆਪਣੀ ਆਵਾਜ਼ 'ਚ, ਲੋਕਾਂ ਨੂੰ ਦੱਸੋ ਕਿ ਹਾਂ ਮੇਰੀ ਕਲਮ ਹੈ ਜਿਹੜੀ ਆਹ ਲਿਖਦੀ ਆ। ਉਹ ਇੱਕ ਕੁਛ ਸ਼ੇਅਰ ਹੈ, ਉਹ ਮੈਂ ਮੇਰੇ 2-3 ਯਾਦ ਆ ਉਹਦੇ ਸ਼ੇਅਰ, ਉਹ ਸੁਣਾ ਦੇਣਾ ਤੁਹਾਨੂੰ। ਉਹ ਹੈਗਾ ਕਿ ਮਸਲਾ ਮਤਲਾ ਬਣਾਉਣ ਦਾ, ਰੁੱਸਿਆਂ ਨੂੰ ਮਨਾਉਣ ਦਾ, ਜੇ ਕੋਈ ਰੋਂਦਾ ਦਿਖ ਜਾਵੇ ਤੁਹਾਡਾ ਫਰਜ਼ ਬਣਦਾ ਉਹਨੂੰ ਚੁੱਪ ਕਰਾਉਣ ਦਾ। ਉਹ ਆਪ ਮਾਰੇ ਹੀ ਦਿਲ ਵਿੱਚ ਵਸੀ ਸੀ, ਮੈਂ ਕੋਈ ਗੁਨਾਹ ਥੋੜ੍ਹਾ ਕੀਤਾ ਸੀ ਉਹਨੂੰ ਚਾਹੁਣ ਦਾ। ਭਾਂਡੇ ਹੋਣਗੇ ਇਕੱਠੇ ਤਾਂ ਖੜਕਣਗੇ ਲੱਖ ਵਾਰੀ, ਭਾਂਡੇ ਹੋਣਗੇ ਇਕੱਠੇ ਤਾਂ ਖੜਕਣਗੇ ਲੱਖ ਵਾਰੀ, ਕੋਈ ਤੁਕ ਬਣਦਾ ਹੈ ਜਾਣ ਜਾਣ ਕੇ ਥਾਲੀਆਂ ਖੜਕਾਉਣ ਦਾ। ਮੁੱਦਤਾਂ ਤੋਂ ਰਹਿ ਰਹੇ ਹਾਂ ਕੋਹਾਂ ਦੀ ਦੂਰੀ 'ਤੇ, ਯਾਰੋ ਹੁਣ ਤਾਂ ਉਹਦਾ ਹੱਕ ਬਣਦਾ ਹੈ ਵਾਪਿਸ ਆਉਣ ਦਾ। ਸੀਪੇ ਨੇ ਲਿਖ ਦਿੱਤੀ ਗਜ਼ਲ ਅੱਜ ਉਹਦੇ ਕਰਕੇ, ਉਹਨੂੰ ਬੜਾ ਸ਼ੌਂਕ ਸੀ ਆਪਣੇ 'ਤੇ ਸ਼ੇਅਰ ਲਿਖਾਉਣ ਦਾ। ਬਹੁਤ ਸੋਹਣਾ ਹੈ। ਤੁਸੀਂ ਗਾ ਵੀ ਲੈਂਦੇ ਹੋ? ਨਹੀਂ, ਗਾ ਨਹੀਂ ਸਕਦਾ, ਮਤਲਬ ਮੇਰੀ ਆਵਾਜ਼ ਨਹੀਂ ਉਸ ਤਰੀਕੇ ਦੀ, ਗਾਉਂਦਾ ਨਹੀਂ ਹੈਗਾ ਜੀ ਮੈਂ। ਪੁਰਾਣੇ ਵੇਲੇ ਹੁੰਦੇ ਸੀ ਹੈ ਨਾ, ਜਿੱਦਾਂ ਹੁਣ ਤੁਸੀਂ ਸਾਡੇ ਕੋਲ ਆਏ ਹੋ ਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਐਵੇਂ ਦੇ ਲੇਖਕ ਮਸ਼ਹੂਰ ਹੋਏ ਨੇ ਜਿਨ੍ਹਾਂ ਦੀ ਹਾਲੇ ਪਹੁੰਚ ਕਿਸੇ ਅਖਬਾਰ, ਮੈਗਜ਼ੀਨ ਜਾਂ ਕਿਤਾਬ ਤੱਕ ਨਹੀਂ ਹੈ, ਮਤਲਬ ਉਹਨਾਂ ਨੇ ਕਿਤਾਬ ਜਾਂ ਮੈਗਜ਼ੀਨ ਦੇ ਵਿੱਚ ਨਹੀਂ ਲਿਖਿਆ। ਤੁਸੀਂ ਵੀ ਇਸੇ ਚੀਜ਼ ਨਾਲ, ਤੁਹਾਨੂੰ ਪਿਆਰ ਕਰਨ ਵਾਲੇ ਸੋਸ਼ਲ ਮੀਡੀਆ ਦੇ ਜ਼ਰੀਏ ਸੁਣਨ ਲੱਗੇ ਨੇ ਅਤੇ ਉਸੇ ਤਰੀਕੇ ਨਾਲ ਅੱਜ ਤੁਸੀਂ ਹੈ ਨਾ ਸਾਡੇ ਕੋਲ ਬੈਠੇ ਹੋ। ਇਸ ਚੀਜ਼ ਦਾ ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਦਾ ਫਾਇਦਾ ਹੋਇਆ? ਕਿਉਂਕਿ ਕਦੀ ਵੇਲਾ ਉਹ ਵੀ ਹੁੰਦਾ ਸੀ ਵੀ ਇੱਕ ਕਵਿਤਾ ਜਿਹੜੀ ਮੈਂ ਅਖਬਾਰ 'ਚ ਭੇਜਾਂ, ਫਿਰ ਉੱਥੇ ਛਪਣੀ ਆ, ਉਸ ਤੋਂ ਬਾਅਦ ਕਿਸੇ ਮੁਸ਼ਾਇਰੇ 'ਚ ਮੈਨੂੰ ਸੱਦਾ ਆਏਗਾ, ਫਿਰ ਮੈਂ ਆਪਣੀ ਉੱਥੇ ਜਾ ਕੇ ਕਵਿਤਾ ਪੜ੍ਹਾਂਗਾ ਹੈ ਨਾ। ਹੁਣ ਅਸੀਂ ਇਹ ਜਿਹੜੀ ਇੱਕ ਕਵਿਤਾ ਪੜ੍ਹਦੇ ਹਾਂ ਤਾਂ ਹਜ਼ਾਰਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਤੁਹਾਨੂੰ ਲੱਗਦਾ ਵੀ ਇਹ ਚੀਜ਼ ਤੁਹਾਡੇ ਲਈ ਫਾਇਦੇਮੰਦ ਰਹੀ? ਬਿਲਕੁਲ ਮੈਮ, ਇਹ ਬਹੁਤ ਫਾਇਦੇਮੰਦ ਆ। ਜਦੋਂ ਆਪਾਂ ਬਹੁਤ ਲੋਕਾਂ ਦਾ, ਆਪਾਂ ਜੇ ਅਖਬਾਰ ਦੀ ਜਾਂ ਕਿਸੇ ਕਿਤਾਬ ਦੇ ਵਿੱਚ ਛਪਾਉਣ ਦੀ ਜਾਂ ਮੈਗਜ਼ੀਨ ਦੀ ਗੱਲ ਕਰਦੇ ਹਾਂ, ਮੰਨ ਕੇ ਚਲੋ ਮੈਂ ਕਿਸੇ ਨੂੰ ਭੇਜਤੀ ਆਪਦੀ ਕੋਈ ਵੀ ਪੋਇਟਰੀ ਆ ਜਾਂ ਕਿਵੇਂ ਵੀ, ਉਹ ਓਨੇ ਲੋਕਾਂ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਉਹ ਪੜ੍ਹਨ ਵਾਲਿਆਂ ਦੀ ਗਿਣਤੀ ਘੱਟ ਗਈ। ਹੁਣ ਟਾਈਮ ਚੇਂਜ ਹੋ ਗਿਆ, ਡਿਜੀਟਲ ਹੋ ਰਿਹਾ ਸਾਰਾ ਸਿਸਟਮ।
ਤੇ ਤਾਂ ਕਰਕੇ ਹੁਣ ਫੋਨ ਤਾਂ ਸਾਰਿਆਂ ਦੇ ਹੱਥ 'ਚ ਆ, ਚਾਹੇ ਬਜ਼ੁਰਗ ਹੋਵੇ ਚਾਹੇ ਬੱਚਾ ਹੋਵੇ। ਤੇ ਪਰ ਜਿਹੜੇ ਪੜ੍ਹਨ ਵਾਲੇ ਆ ਮੈਗਜ਼ੀਨ, ਤੁਸੀਂ ਮਤਲਬ ਮੈਨੂੰ ਲੱਗਦਾ ਵੀ ਸਾਡੇ ਪਿੰਡ ਦੇ ਵਿੱਚ ਵੀ ਅਖਬਾਰ ਤਾਂ ਬਹੁਤ ਘਰਾਂ 'ਚ ਆਉਂਦੇ ਹੋਣਗੇ ਜਿਹੜੇ ਰੈਗੂਲਰ, ਪਰ ਮੈਗਜ਼ੀਨ ਨਹੀਂ ਹੋਣਗੇ। ਤੇ ਤਾਂ ਕਰਕੇ ਵੀ ਜੇ ਉਹ 'ਚ ਛਪਵਾ ਵੀ ਦਿੱਤੀ ਤਾਂ ਉੱਥੇ ਪਈ ਆ, ਬਿਲਕੁਲ, ਤੇ ਉਹਦਾ ਕੋਈ ਮਤਲਬ ਕਿਸੇ ਨੂੰ ਕੋਈ ਫਾਇਦਾ ਨੁਕਸਾਨ ਨਹੀਂ ਹੈਗਾ। ਤੇ ਪਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਵੀ ਸੌਖਾ ਤਰੀਕਾ ਵੀ ਇਹਦੇ ਵਿੱਚ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਆਪਦਾ ਹੀ ਅਕਾਊਂਟ ਹੁੰਦਾ ਉਹਦੇ ਅਪਲੋਡ ਕਰ ਦਿਓ। ਉਹਦੇ ਵਿੱਚ ਕੋਈ ਪ੍ਰਸ਼ਾਸਨ ਉਹ ਮਤਲਬ ਕੀ ਹੁੰਦਾ ਛਾਪਣ ਵਾਲੇ, ਹਾਂਜੀ, ਤੇ ਉਸ ਚੀਜ਼ਾਂ ਦੇ ਹੁੰਦੇ ਆ, ਤੇ ਉਹਨਾਂ ਨੂੰ ਕਿਸੇ ਦੀ ਕੋਈ ਮਿਹਨਤ ਵੀ ਕਰਨੀ ਪੈਂਦੀ ਹੈ। ਕਈ ਵਾਰੀ ਉਹ ਲੰਮਾ ਪ੍ਰੋਸੈਸ ਹੋ ਜਾਂਦਾ, ਉਹਦੇ ਵਿੱਚ ਨੁਕਤਾਚੀਨੀ ਕਰਨ ਵਾਲੇ ਵੀ ਬਹੁਤ ਹੁੰਦੇ ਆ ਵੀ ਇਸ ਤਰੀਕੇ ਨਾਲ ਆਏ ਆ। ਕਈ ਵਾਰੀ ਗੱਲ ਕੋਈ ਇੰਨੀ ਵਧੀਆ ਹੁੰਦੀ ਹੈ ਵੀ ਬੰਦਾ ਕਹਿੰਦਾ ਮੇਰੀ ਗੱਲ ਯਾਰ ਮੈਂ ਬਹੁਤ ਵਧੀਆ ਗੱਲ ਹੈ ਇਹ, ਤੇ ਮੈਂ ਇਸੇ ਤਰੀਕੇ ਨਾਲ ਹੀ ਇੱਥੇ ਪੇਸ਼ ਕਰਾਂ। ਤੇ ਉਹਦੇ ਕੋਲੇ ਮਤਲਬ ਉਹਦੀ ਆਜ਼ਾਦੀ ਵੀ ਹੈਗੀ ਹੈ ਇਸ ਚੀਜ਼ ਦੀ, ਸੋਸ਼ਲ ਮੀਡੀਆ ਕਰਕੇ। ਤੇ ਮੇਰਾ ਇਹ ਸੀਗਾ ਜੀ, ਮੈਂ ਪਹਿਲਾਂ ਮਤਲਬ ਹੋਸਟਲਾਂ ਦੀਆਂ ਜੋ ਮਹਿਫਲ ਹੁੰਦੀਆਂ ਜਾਂ ਕਿਤੇ ਵੀ, ਉੱਥੇ ਮੈਂ ਬੋਲ ਦਿੰਦਾ ਹੁੰਦਾ ਸੀ ਆਪਦੇ ਸ਼ੇਅਰ, ਜਾਂ ਕੋਈ ਗੀਤ ਲਿਖਿਆ ਉਹ ਮੈਂ ਬੋਲ ਕੇ ਸੁਣਾ ਦਿੰਦਾ ਹੁੰਦਾ ਸੀ ਵੀ ਯਾਰ ਨਵਾਂ ਗੀਤ ਆ। ਤੇ ਫਿਰ ਮੈਨੂੰ ਵੀ ਕੋਈ ਵੀ ਮਹਿਫਲ ਲੱਗੀ ਉਹ ਬੁਲਾ ਵੀ ਲੈਂਦੇ ਸੀ ਵੀ ਅਸੀਂ ਭਿੰਨ ਸਕਦੇ ਹਾਂ, ਆਪਾਂ ਉਹ ਸ਼ੇਅਰ ਸੁਣਾਓ। ਫਿਰ ਕੋਈ ਹੋਰ ਬੋਲਣ ਵਾਲੇ ਆ, ਆਪ ਕੋਈ ਕਈ ਵਾਰੀ ਲਿਖਦੇ ਨਹੀਂ ਹੁੰਦੇ, ਕੋਈ ਬੋਲ ਲੈਂਦੇ ਆ ਸ਼ੇਅਰ ਵੈਸੇ ਵਧੀਆ, ਉਹ ਵਿੱਚ ਉਵੇਂ ਬੋਲੀ ਜਾਂਦੇ ਕਿਸੇ ਨੇ ਆਪਦੇ ਸ਼ੇਅਰ, ਅਤੇ ਪੂਰਾ ਵਧੀਆ ਬਣ ਜਾਂਦਾ ਹੁੰਦਾ ਸੀ ਮਾਹੌਲ। ਅਤੇ ਉਦੋਂ ਮਤਲਬ ਮੈਨੂੰ ਐਂ ਨਹੀਂ ਸੀਗਾ ਮੈਂ ਸੋਸ਼ਲ ਮੀਡੀਆ 'ਤੇ ਪਾਇਆ ਕਰੂੰ, ਮੇਰਾ ਬਸ ਐਂ ਹੀ ਸੀਗਾ ਕਿ ਵੀ ਆਪਾਂ ਇੱਥੇ ਯਾਰਾਂ ਦੋਸਤਾਂ ਨੂੰ ਸੁਣਾ ਤੀ ਕੋਈ ਚੀਜ਼ ਲਿਖ ਲਈ, ਬਟ ਡੈਟਸ ਇਟ, ਓਕੇ, ਹੈ ਨਾ। ਅਤੇ ਪਰ ਫਿਰ ਉਦੋਂ ਬਾਅਦ ਇਹ ਚੀਜ਼ ਦਾ ਮਤਲਬ ਵੀ ਕਾਫੀ ਲੋਕਾਂ ਨੇ ਕਿਹਾ ਵੀ ਤੂੰ ਆਪਦਾ ਇਹ ਵੀ ਆਪਣੇ ਕੋਲ ਜ਼ਰੀਆ ਹੈਗਾ ਜਦੋਂ, ਅਤੇ ਤੂੰ ਇਸ ਚੀਜ਼ 'ਤੇ ਪਾਇਆ ਕਰ। ਅਤੇ ਪਰ ਮੈਨੂੰ ਉਸ ਚੀਜ਼ ਦਾ ਪਤਾ ਨਹੀਂ ਸੀਗਾ ਵੀ ਕਿਸੇ ਤਰੀਕੇ ਕੈਮਰੇ ਅੱਗੇ ਕਿਵੇਂ ਬੋਲਣੀ ਆ। ਉਹ ਜਿਹੜੀਆਂ ਰੀਅਲ ਵੀਡੀਓ, ਕਈ ਵੀਡੀਓ ਜਿਹੜੀਆਂ ਮੈਂ ਪਾਈਆਂ ਹੋਈਆਂ ਉਹ ਉੱਥੇ ਬਣੀਆਂ ਹੋਈਆਂ ਮਹਿਫਲ ਦੇ ਵਿੱਚ ਹੀ, ਕਿਸੇ ਨੇ ਬਣਾਈਆਂ ਹੋਈਆਂ, ਅਤੇ ਉਹ ਮੈਨੂੰ ਜਾਂ ਪਤਾ ਵੀ ਨਹੀਂ ਸੀਗਾ, ਜਾਂ ਪਤਾ ਵੀ ਸੀ ਤਾਂ ਮੈਂ ਇੰਨੀ ਕੇਅਰ ਨਹੀਂ ਕਰਦਾ ਵੀ ਆਪਦੇ ਕੋਲ ਹੀ ਰੱਖ ਲੂਗਾ, ਇਹ ਨਹੀਂ ਕਰਨੀਆਂ। ਉਹ ਫਿਰ ਬਾਅਦ 'ਚ ਜਦੋਂ ਮੈਂ ਸੋਚਿਆ ਵੀ ਪਾਉਣੀਆਂ, ਉਦੋਂ ਫਿਰ ਮੈਂ ਬਾਅਦ 'ਚ ਮੰਗਾਈਆਂ ਵੀਡੀਓ, ਫਿਰ ਉਹ ਕੱਟ ਕੇ ਲਾਈਆਂ, ਕਿਉਂਕਿ ਮੈਂ ਜਦੋਂ ਕੋਈ ਸ਼ੇਅਰ ਬੋਲਦਾ ਉਹਦੇ ਵਿੱਚ ਮੈਂ ਐਕਸਪਲੇਨ ਵਿੱਚ ਆਈ ਨਹੀਂ ਪਤਾ 5 ਮਿੰਟ ਕੋਈ ਗੱਲਾਂ ਹੀ ਕਰੀ ਜਾਣੀਆਂ, ਫਿਰ ਸ਼ੇਅਰ ਬੋਲਣਾ। ਅਤੇ ਉਹ ਪਰ ਇਹਦੀ ਇੱਕ ਲਿਮਟ ਹੁੰਦੀ ਹੈ ਵੀ ਇਹਦੇ ਵਿੱਚ ਤੁਸੀਂ ਜਿਹੜੀ ਗੱਲ ਕਹਿਣੀ ਆ ਸਿਰਫ ਉਨੀ ਕਰੋ ਸ਼ੇਅਰ। ਅਤੇ ਉਹਦੇ ਵਿੱਚ ਆਪਦੇ ਨਿੱਜੀ ਤਜਰਬੇ ਵੀ ਵਿੱਚ ਵੀ ਮੈਂ ਫਲਾਣੇ ਥਾਂ ਗਿਆ ਯਾਰ ਉੱਥੇ ਐਂ ਹੋਇਆ ਸੀਗਾ। ਅਤੇ ਪਰ ਉਹ ਤਾਂ ਯਾਰ ਦੋਸਤ ਆ ਮੇਰੇ, ਉਹਨਾਂ ਨੂੰ ਤਾਂ ਸਮਝ ਸਕਦੇ ਆ, ਪਰ ਜਿਹੜੇ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਥੋੜ੍ਹਾ ਵੀ ਮੇਰੇ ਆਪਦੇ ਉਸ ਚੀਜ਼ਾਂ ਨਾਲ, ਹੈ ਨਾ। ਅਤੇ ਤਾਂ ਕਰਕੇ ਫਿਰ ਉਹ ਬਾਅਦ 'ਚ ਮੈਂ ਸੋਚਿਆ ਜਾਂ ਵੀ ਇਹ ਚੀਜ਼ ਦੀ ਥੋੜ੍ਹੀ ਟ੍ਰੇਨਿੰਗ ਵਗੈਰਾ ਲਈ ਵੀ ਯਾਰ ਕਿਵੇਂ ਬੋਲਿਆ ਜਾਊਗਾ ਜਾਂ ਕਿਵੇਂ ਕਰਾਂਗੇ। ਅਤੇ ਫਿਰ ਇਸ ਤਰੀਕੇ ਨਾਲ ਬਸ ਕੰਮ ਸਟਾਰਟ ਕਰਤਾ ਸੀਗਾ, ਅਤੇ ਵਧੀਆ ਰਿਸਪੌਂਸ ਆਇਆ, ਸਾਰਿਆਂ ਨੇ ਵਧੀਆ ਮਤਲਬ ਐਪਰੀਸ਼ੀਏਟ ਕੀਤਾ। ਕਾਲਜ 'ਚ ਜਿਵੇਂ ਆਪਾਂ ਨੂੰ ਇੱਕ ਤਾਂ ਹੋ ਗਿਆ ਕਿ ਹੋਸਟਲ 'ਚ ਬੈਠ ਕੇ ਨਾ ਯਾਰਾਂ ਦੋਸਤਾਂ ਨਾਲ ਗੱਲਾਂ ਕਰ ਲਈਆਂ, ਜਾਂ ਉਹਨਾਂ ਨੂੰ ਸ਼ੇਅਰ ਸੁਣਾਤੇ, ਉਹਨਾਂ ਨੇ ਅੱਗੋਂ ਸ਼ੇਅਰ ਕਰ ਦਿੱਤੇ। ਪਰ ਇੱਕ ਬੜਾ ਵਧੀਆ ਮੌਕਾ ਹੁੰਦਾ ਆਪਾਂ ਨੂੰ ਕਿ ਜਿਹੜਾ ਬੱਚਾ ਲਿਖ ਰਿਹਾ, ਜੇ ਉਹ ਕਹਾਣੀ ਲਿਖਦਾ, ਕਵਿਤਾ ਲਿਖਦਾ, ਗਜ਼ਲ ਲਿਖਦਾ, ਤਾਂ ਯੂਥ ਫੈਸਟੀਵਲ 'ਚ ਅਸੀਂ ਆਪਣੀ ਉਹ ਕਲਾ ਜਿਹੜੀ ਦਿਖਾ ਸਕਦੇ ਹਾਂ। ਕਿਉਂਕਿ ਬਹੁਤ ਸਾਰੇ ਕਲਾਕਾਰਾਂ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਉਹ ਹਮੇਸ਼ਾ ਇਹੀ ਕਹਿਣਗੇ ਕਿ ਪਹਿਲੀ ਵਾਰੀ ਮੰਚ 'ਤੇ ਯੂਥ ਫੈਸਟੀਵਲ 'ਚ ਚੜ੍ਹਿਆ ਸੀ, ਅਤੇ ਉਸ ਤੋਂ ਬਾਅਦ ਹੈ ਨਾ ਇਹ ਜਿਹੜੀ ਕਲਾ ਇਹ ਕੰਟੀਨਿਊ ਹੋ ਗਈ। ਤੁਸੀਂ ਵੀ ਕਦੇ ਯੂਥ ਫੈਸਟੀਵਲ 'ਚ ਪਾਰਟੀਸਪੇਟ ਕੀਤਾ? ਮੈਂ ਤਾਂ ਮੈਡਮ ਮੈਂ ਇਸ ਚੀਜ਼ ਦਾ ਨਾ ਕਿ ਜਦੋਂ ਦਾ ਮੈਂ ਕਾਲਜ ਲੱਗਿਆ ਵੀ ਮੈਨੂੰ 6 ਸਾਲ 3 ਸਾਲਾਂ ਦੀ ਗ੍ਰੈਜੂਏਸ਼ਨ, 1 ਸਾਲ ਮੈਂ ਉਰਦੂ ਦਾ ਡਿਪਲੋਮਾ ਕੀਤਾ ਸੀਗਾ, ਅਤੇ ਉਸ ਤੋਂ ਬਾਅਦ ਮੈਂ ਹੁਣ MA ਚੱਲ ਰਹੀ ਹੈ ਮੇਰੀ। ਅਤੇ ਇਹ ਸਾਰੇ 6 ਸਾਲਾਂ 'ਚ ਹੀ ਮੈਂ ਯੂਥ ਫੈਸਟ 'ਚ ਪਾਰਟੀਸਪੇਟ ਕਰਦਾ ਰਿਹਾ। ਉਹ ਵੀ ਲਿਟਰੇਰੀ, ਜਿਹੜੇ ਵੀ ਪੋਇਟਰੀ ਬੋਲਣ ਦਾ ਜਾਂ ਕੋਈ ਸਪੀਚ ਹੁੰਦੀ ਸੀਗੀ ਜਾਂ ਕੁਇਜ਼ ਵਗੈਰਾ ਹੁੰਦੇ ਸੀਗੇ। ਅਤੇ ਜਿਹੜੇ ਬੰਦੇ ਯੂਥ ਫੈਸਟਾਂ 'ਚੋਂ ਨਿਕਲਦੇ ਆ, ਮੈਨੂੰ ਇਹ ਲੱਗਦਾ ਹੁੰਦਾ ਪਰਸਨਲੀ ਵੀ ਉਹ ਜ਼ਿਆਦਾ ਸਦਾ ਬਾਹਰ ਰਹਿੰਦੇ ਆ, ਮਤਲਬ ਉਹਨਾਂ ਦਾ ਟਾਈਮ ਪੀਰੀਅਡ ਨਹੀਂ ਹੁੰਦਾ ਵੀ ਉਹ ਐਂ ਨਹੀਂ ਹੈਗਾ ਵੀ ਥੋੜ੍ਹੇ ਚਿਰ ਆਏ ਅਤੇ ਬਾਅਦ 'ਚੋਂ ਗਏ। ਕਿਉਂਕਿ ਉਹ ਜਦੋਂ ਤੁਹਾਨੂੰ ਇੱਕ ਜਵਾਨ ਲੋਕਾਂ ਨੂੰ ਇੱਕ ਉਹਨਾਂ ਨਾਲ ਅਟਰੈਕਸ਼ਨ ਬਣਾਉਣ ਦੀ ਸਮਝ ਆ ਗਈ, ਤਾਂ ਉਦੋਂ ਬਾਅਦ ਤੁਸੀਂ ਮਤਲਬ ਉਹ ਪਰਫੈਕਟ ਹੋ ਜਾਂਦੇ ਹੋ ਵੀ ਤੁਸੀਂ ਕਿਸੇ ਨੂੰ ਆਡੀਅנਸ ਨੂੰ ਸਾਂਭਣ ਲਈ। ਅਤੇ ਜਿਹੜੇ ਵੀ ਆਪਣੇ ਪੰਜਾਬੀ ਇੰਡਸਟਰੀ ਦੇ ਜਿਹੜੇ ਅੱਜ ਤੱਕ ਸਥਾਪਿਤ ਆ, ਅਤੇ ਜਿਨ੍ਹਾਂ ਦਾ ਵੀ ਮਤਲਬ ਆਪਾਂ ਨਾਂ ਸੁਣਦੇ ਹਾਂ ਜਾਂ ਲੋਕ ਕਹਿੰਦੇ ਆ ਵੀ ਆਹ ਗੱਲਬਾਤ ਆ, ਉਹ ਸਾਰੇ ਯੂਥ ਫੈਸਟ ਦੀ ਪੈਦਾਇਸ਼ ਆ। ਬਿਲਕੁਲ, ਔਰ ਖਾਸ ਕਰਕੇ ਯੂਨੀਵਰਸਿਟੀਆਂ ਦੇ ਵਿੱਚ। ਅਤੇ ਯੂਥ ਫੈਸਟ ਮਤਲਬ ਸਾਡਾ ਇਹੋ ਜਿਹਾ ਪ੍ਰੋਗਰਾਮ ਮਤਲਬ 3-4 ਦਿਨ ਹੁੰਦਾ ਸੀਗਾ ਸਾਡੇ ਚੰਡੀਗੜ੍ਹ ਜ਼ੋਨ ਏ ਦੇ ਵਿੱਚ ਆਉਂਦਾ ਸੀਗਾ, DAV ਕਾਲਜ ਅਤੇ ਯੂਨੀਵਰਸਿਟੀ ਵੀ ਹੁਣ। ਅਤੇ ਉਹ ਮੇਲੇ ਵਰਗਾ ਕੰਮ ਹੀ ਹੁੰਦਾ ਸੀ, ਮਤਲਬ ਸਾਰੇ ਬੱਚੇ ਆ ਜਿਹੜੇ ਉੱਥੇ ਬੜੇ ਆਪਦੇ ਇਸ਼ਕ ਕਿਸੇ ਵੀ ਜੁੜਦੇ ਆ, ਸਾਰਿਆਂ ਦੇ ਅਲੱਗ-ਅਲੱਗ ਕਾਲਜਾਂ ਦੇ ਹੁੰਦੇ ਆ, ਅਤੇ ਇੰਨੀ ਦੋਸਤੀ ਪੈ ਜਾਂਦੀ ਆ। ਆਪਦੇ ਕੰਪੀਟੀਟਰਾਂ ਦੇ ਵਿੱਚ ਵੀ
मतलब ਐ कोई गल ही नहीं हुंदी भी यार भी ये मेरे विरुद्ध आ, पहलां जफ्फियां पा के मिलदे आ, उदों बाद भी चल आपां भी तूं आ कीता, फिर एक दूजे नूं दसदे भी तूं ऐं कर सकदा सी इत्थे। ते इस चीज़ ते गाना भी मेरा लिखिया होया, ਉਹਦਾ मैं तुहानूं एक स्थाई ते अंतरा बोल दिंदा। ਉਹ ਇਹੀ ਹੈ, ਰੋਮਾਂਟਿਕ ਹੀ ਹੈ, ਮਤਲਬ ਥੋੜ੍ਹਾ ਜਿਹਾ। ਅਤੇ ਉਹ ਇੱਕ ਕਿੱਸਾ ਮਤਲਬ ਮੈਨੂੰ ਐਂ ਲੱਗਿਆ ਵੀ ਐਂ ਹੋ ਸਕਦਾ। ਉਹਦੀ ਯੂਥ ਫੈਸਟ ਦੀ ਕਰਦੇ ਤਿਆਰੀ ਸੀ ਨੀ, ਜਦੋਂ ਮੱਤ ਲੜੇ ਤੂੰ ਸਾਡੀ ਮਾਰੀ ਸੀ, ਸਥਾਈ ਉਹਦਾ। ਉਹ ਤੋਂ ਬਾਅਦ ਤੂੰ ਕਰਦੀ ਡਿਬੇਟ ਮਰ ਜਾਣੀ ਹੈ, ਮੈਂ ਵੀ ਦਿੰਦਾ ਸੀ ਸਪੀਚਾਂ ਹਿੱਕ ਠੋਕ ਕੇ, ਆਡੀਟੋਰੀਅਮ ਅੱਗੇ ਕਿਹਾ ਲਵ ਯੂ, ਬਾਹੋਂ ਫੜ ਤੈਨੂੰ ਧੱਕੇ ਨਾਲ ਰੋਕ ਕੇ, ਗੱਲ ਕਾਲਜ 'ਚ ਅੱਗ ਵਾਂਗੂ ਫੈਲ ਗਈ, ਲੱਗੀ ਤੇਰੀ ਜਦੋਂ ਸੀਪੇ ਨਾਲ ਯਾਰੀ ਸੀ, ਯੂਥ ਫੈਸਟ ਦੀ ਕਰਦੇ ਤਿਆਰੀ ਸੀ, ਜਦੋਂ ਮੱਤ ਲੜੇ ਤੂੰ ਸਾਡੀ ਮਾਰੀ ਸੀ। ਅਤੇ ਇਹ ਉਸ ਤਰੀਕੇ ਦਾ ਮਤਲਬ ਮੈਂ ਕਿਸੇ ਨਾਲ ਗੱਲ ਕੀਤੀ ਹੋਈ ਹੈ, ਸ਼ਾਇਦ ਰਿਲੀਜ਼ ਕਰੀਏ ਜਲਦੀ ਸਾਰਾ ਪੂਰਾ ਗਾਣਾ। ਤੁਸੀਂ ਉਮਰ ਦੇ ਹਿਸਾਬ ਨਾਲ ਲਿਖ ਰਹੇ ਹੋ, ਜਿਸ ਤਰੀਕੇ ਦੀ ਤੁਹਾਡੀ ਉਮਰ ਆ, ਜਿਸ ਤਰੀਕੇ ਦੇ ਅਨੁਭਵ ਹੁੰਦੇ ਆ, ਆਪਾਂ ਉਸ ਉਮਰ ਦੇ ਹਿਸਾਬ ਨਾਲ ਅਕਸਰ ਲਿਖਦੇ ਹੁੰਦੇ ਆ। ਜਿਹੜੀ ਤੁਹਾਡੀ ਉਮਰ ਹੈ ਇਹਦੇ ਵਿੱਚ ਅਕਸਰ ਹੀ ਜਿਹੜੇ ਲੇਖਕ ਨੇ ਉਹ ਇਸ਼ਕ ਦੀਆਂ ਕਵਿਤਾਵਾਂ ਲਿਖਦੇ ਨੇ, ਹੈ ਨਾ। ਸ਼ਿਵ ਕੁਮਾਰ ਉਹਨਾਂ ਨੂੰ ਪੜ੍ਹਦੇ ਨੇ ਕਿਉਂਕਿ ਉਹਨਾਂ ਦੀ ਕਵਿਤਾ ਜਿਹੜੀ ਇਸੇ ਚੀਜ਼ ਦੇ ਆਲੇ ਦੁਆਲੇ ਘੁੰਮਦੀ ਹੈ। ਜਦੋਂ ਮੈਂ ਤੁਹਾਨੂੰ ਪੜ੍ਹਿਆ, ਤੁਹਾਡੀਆਂ ਕੁਛ ਕੁ ਚੀਜ਼ਾਂ ਜੋ ਤੁਸੀਂ ਮੈਨੂੰ ਭੇਜੀਆਂ ਮੈਂ ਉਹ ਸੁਣੀਆਂ, ਤਾਂ ਮੈਨੂੰ ਲੱਗਦਾ ਹੁੰਦਾ ਵੀ ਤੁਹਾਡੀ ਲਿਖਤ ਦੇ ਵਿੱਚ ਇਸ਼ਕ ਦੇ ਨਾਲ ਨਾਲ ਉਦਾਸੀ ਬਹੁਤ ਆ। ਇਸ ਚੀਜ਼ ਦਾ ਕੀ ਕਾਰਨ ਹੈ? ਕਿਉਂਕਿ ਉਮਰ ਹਾਲੇ ਤੁਹਾਡੀ 21-22 ਵਰ੍ਹੇ ਦੀ ਉਮਰ ਹੈ, ਅਤੇ ਇਸ ਉਮਰ 'ਚ ਉਦਾਸੀ ਹੈ ਜਿਹੜੀ ਉਹ ਤਾਂ ਬੰਦੇ ਦੇ ਨੇੜੇ ਤੇੜੇ ਵੀ ਨਹੀਂ ਢੁੱਕੀ ਹੁੰਦੀ। ਮੈਂ ਤੁਹਾਨੂੰ ਇੱਕ ਗੱਲ, ਕੋਈ ਵੀ ਚੀਜ਼ ਨਾ ਵਿਰੋਧ 'ਚੋਂ ਪੈਦਾ ਹੁੰਦੀ ਆ। ਮਤਲਬ ਜੇ ਆਪਾਂ ਕਹਿੰਦੇ ਹਾਂ ਵੀ ਹਾਂ, ਉਹ ਹਾਂ ਤਾਂ ਹੀ ਆ ਜੇਕਰ ਨਾ ਨਹੀਂ ਆ। ਬਿਲਕੁਲ। ਅਤੇ ਉਹ ਉਦਾਸੀ ਵਾਲਾ ਵੀ ਸ਼ਾਇਦ ਇਹੀ ਗੱਲ ਆ ਵੀ ਜੇਕਰ ਤੁਸੀਂ ਉਦਾਸ ਹੋਵੋਗੇ ਪੂਰੇ ਤਾਂ ਖੁਸ਼ ਵੀ ਫੇਰ ਹੀ ਹੋ ਸਕਦੇ ਹੋ। ਅਤੇ ਪਰ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਉਦਾਸੀ ਦੀ। ਉਹ ਇੱਕ ਤਰ੍ਹਾਂ ਦੀ ਜਿਹੜੇ ਮੇਰੇ ਸ਼ੇਅਰ ਜਾਂ ਇਸ ਤਰੀਕੇ ਹੁੰਦੇ ਆ, ਜੋ ਵੀ ਇਹ ਡਾਇਲੋਗ ਹੁੰਦੇ ਆ, ਜਾਂ ਤਾਂ ਖੁਦ ਨਾਲ ਹੁੰਦੇ ਆ ਜਾਂ ਇੱਕ ਖਾਸ ਜੋ ਵੀ ਸ਼ਖਸ ਆ, ਵਿਅਕਤੀ ਵਿਸ਼ੇਸ਼ ਹੈ ਕੋਈ, ਅਤੇ ਜਾਂ ਮੇਰੇ ਯਾਰਾਂ ਦੋਸਤਾਂ ਨੂੰ ਵੀ ਗੱਲ ਕਹੀ ਗਈ ਹੁੰਦੀ ਆ। ਅਤੇ ਉਹਦੇ ਵਿੱਚ ਵੀ ਐਂ ਜਾਂ ਕਈ ਦੋਸਤ ਐਂ ਵੀ ਕਹਿ ਦਿੰਦੇ ਆ ਕਿ ਇਹ ਤਾਂ ਮੈਨੂੰ ਮੈਸੇਜ ਆਉਂਦੇ ਕਈ ਵਾਰੀ ਵੀ ਤੁਹਾਡਾ ਦਿਲ ਟੁੱਟਿਆ ਹੋਇਆ। ਅਤੇ ਉਹ ਪਰ ਵੀ ਮੈਂ ਉਹਨਾਂ ਨੂੰ ਜਾਂ ਕੁਛ ਵੀ ਕਹਿ ਦਿੰਦਾ ਵੀ ਨਹੀਂ ਇਹੋ ਜਿਹੀ ਗੱਲ ਨਹੀਂ ਹੈਗੀ, ਜਾਂ ਵੀ ਹੋਰ ਗੱਲ ਕੋਈ ਕਰ ਟਾਲ ਦੇਈ ਦੀ ਆ। ਉਹ ਮੈਥੋਂ ਇੱਥੇ ਵੀ ਕਲੀਅਰ ਕਰਨਾ ਕਿ ਦਿਲ ਮੇਰਾ ਟੁੱਟਿਆ ਨਹੀਂ ਹੋਇਆ, ਮੇਰਾ ਦਿਲ ਤਾਂ ਜੁੜਿਆ ਹੋਇਆ। ਅਤੇ ਇੱਕ ਸ਼ੇਅਰ ਆ ਕਿ ਉਹਦੇ ਨਾਲ ਜੁੜੀ ਤਾਰ ਜੇ ਕੱਟ ਹੋ ਜਾਂਦੀ, ਪੀੜ ਵਿਛੋੜੇ ਵਾਲੀ ਸ਼ਾਇਦ ਘੱਟ ਹੋ ਜਾਂਦੀ। ਇਹ ਜਿਹੜੀ ਉਹ ਤਾਰ ਆ ਉਹ ਦਿਲ ਵਾਲੀ ਤਾਰ ਹੀ ਆ, ਮਤਲਬ ਟੁੱਟਿਆ ਨਹੀਂ ਹੋਇਆ, ਉਲਟਾ ਜੁੜਿਆ ਹੋਇਆ ਕਿਸੇ ਨਾਲ। ਜੇ ਟੁੱਟ ਜੇ ਮਤਲਬ ਫਿਰ ਤਾਂ ਤੁਸੀਂ ਪਾਸੇ ਹੋ ਗਏ ਨਾ, ਫਿਰ ਤਾਂ ਨੋਰਮਲ ਜ਼ਿੰਦਗੀ ਆ, ਨਾ ਤੁਹਾਡੀ ਖੁਸ਼ੀ ਹੈ ਨਾ ਉਦਾਸੀ ਆ। ਅਤੇ ਜਦੋਂ ਤੁਸੀਂ ਹਰਕਤ 'ਚ ਆਉਂਦੇ ਹੋ ਅਤੇ ਉਦੋਂ ਜਾਂ ਤੁਸੀਂ ਖੁਸ਼ ਹੋਗੇ ਜਾਂ ਉਦਾਸ ਹੋਗੇ, ਵਿੱਚ ਵਿਚਾਲਾ ਨਹੀਂ ਹੈਗਾ। ਅਤੇ ਤਾਂ ਕਰਕੇ ਮੇਰਾ ਵੀ ਕਈ ਜਿਹੜੇ ਪਹਿਲਾਂ ਚੀਜ਼ਾਂ ਲਿਖੀਆਂ ਹੋਈਆਂ ਸੀਗੀਆਂ ਉਹ ਜ਼ਿਆਦਾ ਰੋਮਾਂਟਿਕ ਸੀਗੀਆਂ। ਇੱਕ ਟਾਈਸਨ ਨਾਲ ਮੇਰਾ ਗਾਣਾ ਆ ਰਿਹਾ, ਮਤਲਬ ਉਹ ਸ਼ਾਇਦ ਰਿਲੀਜ਼ ਹੋ ਜਾਏ ਥੋੜ੍ਹੇ ਬਹੁਤੇ ਟਾਈਮ ਤੱਕ। ਉਹ ਸੀਗਾ ਤੈਨੂੰ ਕੀਤਾ ਹੈ ਪਿਆਰ ਮੈਂ ਕੋਈ ਪਾਪ ਥੋੜ੍ਹੀ ਕੀਤਾ, ਰੱਬ ਨੇ ਕਰਾਇਆ ਮੈਂ ਕੋਈ ਆਪ ਥੋੜ੍ਹੀ ਕੀਤਾ। ਉਹ ਸਾਰਾ ਰੋਮਾਂਟਿਕ ਟੋਟਲੀ। ਅਤੇ ਉਹਦੇ ਵਿੱਚ ਵੀ ਜਿਹੜੇ ਉਹ ਬੇਸਿਕ ਭਾਵ ਆ ਮਨੁੱਖ ਦੇ, ਜਾਂ ਇੱਕ ਧਰਤੀ 'ਤੇ ਰਹਿਣ ਵਾਲੇ, ਇੱਕ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਇਹ ਭਾਵ ਆ ਇਹ ਪਸ਼ੂਆਂ 'ਚ ਵੀ ਉਵੇਂ ਹੀ ਆ, ਜਾਨਵਰਾਂ ਦੇ ਵਿੱਚ, ਜਾਂ ਹੋ ਸਕਦਾ ਦਰੱਖਤਾਂ 'ਚ ਵੀ ਹੋਣ, ਹੈ ਨਾ। ਅਤੇ ਇਹ ਕਦੇ ਵੀ ਨਹੀਂ, ਜਿੰਨਾ ਟਾਈਮ ਦੁਨੀਆ ਰਹੂਗੀ ਉਹਨਾਂ ਟਾਈਮ ਇਹ ਭਾਵ ਤਾਂ ਰਹਿਣਗੇ। ਅਤੇ ਜ਼ਿਆਦਾਤਰ ਉਹੀ ਭਾਵ ਦੇ ਆਸੇ ਪਾਸੇ ਮੇਰੀ ਚੀਜ਼ ਹੁੰਦੀ ਆ, ਕੋਈ ਵੀ ਰਚਨਾ, ਚਾਹੇ ਉਹ ਉਦਾਸੀ ਹੋਵੇ ਅਤੇ ਚਾਹੇ ਉਹ ਖੁਸ਼ੀ ਹੋਵੇ। ਅਤੇ ਬਸ ਇਹ ਚੀਜ਼ਾਂ ਮੇਨ ਮੈਂ ਕਹਿਣਾ ਵੀ ਬੇਸਿਕ ਭਾਵ ਆ ਆਪਣੇ, ਤਾਂ ਕਰਕੇ। ਅਤੇ ਵੈਸੇ ਮੈਂ ਨਿੱਜੀ ਤੌਰ 'ਤੇ ਕੋਈ ਉਦਾਸ ਨਹੀਂ ਹੈਗਾ, ਅਤੇ ਪੋਇਟਰੀ ਦੇ ਵਿੱਚ ਥੋੜ੍ਹਾ ਬਹੁਤਾ ਕਈ ਵਾਰੀ ਹੋ ਜਾਂਦਾ। ਅਤੇ ਤਾਂ ਕਰਕੇ ਵੀ ਜੇ ਉਦਾਸ ਹੋਊਗਾ ਤਾਂ ਹੀ ਤਾਂ ਖੁਸ਼ ਹੋਊਗਾ ਨਾ ਬੰਦਾ ਇਸ ਚੀਜ਼ ਨਾਲ। ਇੱਕ ਐਰਿਸਟੋਟਲ ਸਾਡੇ ਸਿਲੇਬਸ ਸੀਗੀ ਉਹ ਚੀਜ਼, ਉਹ ਦੱਸਦੇ ਹੁੰਦੇ ਆ ਕਿ ਉਹ ਕਥੀਸਿਸ ਹੋ ਜਾਂਦਾ ਭਾਵਨਾ ਦਾ। ਇੱਕ ਇਲਾਜ ਆ ਉਹਨਾਂ ਦਾ ਯੂਨਾਨ ਦੇ ਵਿੱਚ, ਉਹਦਾ ਮਤਲਬ ਇਹ ਹੈ ਕਿ ਉਹ ਕੋਈ ਵੀ ਬਿਮਾਰੀ ਲੱਗਦੀ ਆ ਉਹ ਬਿਮਾਰੀ ਨੂੰ ਰੋਕਦੇ ਨਹੀਂ ਗੇ ਕੋਈ ਦਵਾਈ ਦੇ ਕੇ, ਉਹਨੂੰ ਹੋਰ ਵਧਾ ਦਿੰਦੇ ਆ, ਟੌਪ 'ਤੇ ਪਹੁੰਚਾ ਦਿੰਦੇ ਆ ਉਹਨੂੰ, ਬਿਮਾਰੀ ਨੂੰ ਆਪ ਵਧਾ ਕੇ ਹੋਰ। ਅਤੇ ਉਹਦੇ ਨਾਲ ਕੀ ਹੁੰਦਾ ਕਿ ਬਿਮਾਰੀ ਉਦੋਂ ਬਾਅਦ ਇੱਕ ਵਾਰੀ ਟੌਪ 'ਤੇ ਜਾਂਦੀ, ਉਦੋਂ ਬਾਅਦ ਨੋਰਮਲ ਹੋ ਜਾਂਦਾ ਹੁੰਦਾ। ਇਹ ਸ਼ਾਇਦ ਉਹੀ ਚੀਜ਼ ਆ ਵੀ ਕੇਰਾਂ ਜਿਹੜੀਆਂ ਥੋੜ੍ਹਾ ਬਹੁਤਾ ਵੀ ਬੰਦਾ ਕੋਈ ਉਦਾਸ ਹੁੰਦਾ ਤਾਂ ਉਹ ਇਹ ਚੀਜ਼ ਸੁਣੇ ਜਾਂ ਪੜ੍ਹ ਕੇ ਉਹ ਪੂਰਾ ਉਦਾਸ ਹੋ ਜਾਏ, ਫਿਰ ਉਹ ਨੋਰਮਲ ਆਪਦੀ ਜ਼ਿੰਦਗੀ ਜਿਉਂ ਸਕਦਾ। ਭਾਵਨਾਵਾਂ ਦਾ ਕਥੀਸਿਸ ਹੋ ਜਾਂਦਾ ਇਸ ਚੀਜ਼ ਨਾਲ, ਮੈਨੂੰ ਐਂ ਲੱਗਦਾ। ਇਸੇ ਲਈ ਕਈ ਲੋਕ ਇਹ ਸਮਝਦੇ ਜਦੋਂ ਤੁਸੀਂ ਉਦਾਸ ਹੋਵੋ ਉਹਨੂੰ ਕਿਸੇ ਨਾਲ ਵੰਡ ਲਓ, ਹੈ ਨਾ। ਪਰ ਕਈ ਲੋਕ ਇਹ ਸਮਝਦੇ ਕਿ ਜਦੋਂ ਤੁਸੀਂ ਉਦਾਸ ਹੋਵੋ ਤਾਂ ਉੱਚੀ ਉੱਚੀ ਰੋ ਲਓ, ਤੁਹਾਡਾ ਮਨ ਆ ਜਿਹੜਾ ਹਲਕਾ ਹੋ ਜਾਂਦਾ। ਮੈਂ ਵੀ ਕਿਸੇ ਦਾ ਲਿਖਿਆ ਹੋਇਆ ਪੜ੍ਹਿਆ ਸੀ ਕਿ ਉਦਾਸੀਆਂ ਨੇ ਜਿਹੜੀਆਂ ਤੁਹਾਡੀਆਂ ਲਿਖਤਾਂ ਨੂੰ ਅਮੀਰ ਕਰਦੀਆਂ ਨੇ, ਤੁਹਾਡੇ ਭਾਵਾਂ ਨੂੰ ਹੋਰ ਡੂੰਘੇ ਕਰ ਦਿੰਦੀਆਂ ਨੇ।
ਇਸ ਤੋਂ ਪਹਿਲਾਂ ਮੈਂ ਅਗਲਾ ਸਵਾਲ ਪੁੱਛਾਂ, ਮੈਂ ਚਾਹੁੰਦੀ ਹਾਂ ਕਿ ਇੱਕ ਵਧੀਆ ਜਿਹੀ ਕਵਿਤਾ ਜਾਂ ਗਜ਼ਲ ਤੁਸੀਂ ਸੁਣਾ ਦਿਓ। ਇਹੀ ਜਿਵੇਂ ਕਹਿੰਦਾ ਵੀ ਇਹਦਾ ਰੋ ਲੈਣਾ ਚਾਹੀਦਾ ਕਈ ਵਾਰੀ ਜਾਂ ਕੁਝ ਹੈ ਨਾ, ਅਤੇ ਪਰ ਇਹ ਮੈਂ ਕਹਿਣਾ ਹੁੰਦਾ ਵੀ ਜਿਹੜੀ ਇਸ਼ਕੇ ਦੀ ਪੀੜ ਆ ਤੁਹਾਡੀ ਜਾਂ ਕੋਈ ਵੀ, ਇਹ ਢੂਈ ਦੀ ਖੁਰ ਕਰ ਗਈ ਹੈ ਵੀ ਆਪ ਹੀ ਕਰਨੀ ਪੈਂਦੀ ਹੈ ਇਹ, ਵੀ ਕੋਈ ਹੋਰ ਨਹੀਂ ਕੋਈ ਬਣਾ ਸਕਦਾ ਹੁੰਦਾ ਇਹ ਚੀਜ਼। ਅਤੇ ਉਹ ਡਾਇਲੋਗ ਆ ਵੀ ਮੇਰੇ ਉਹ ਯਾਰਾਂ ਦੋਸਤਾਂ ਨਾਲ ਹੀ ਆ ਕਿ ਕਿਰਪਾ ਕਰਕੇ ਮੇਰੇ ਕੋਲ ਰੌਲਾ ਨਾ ਪਾਇਆ ਜਾਵੇ, ਜ਼ਰੂਰੀ ਨਹੀਂ ਕਿ ਹਰ ਦੁੱਖ ਹੀ ਵੰਡਾਇਆ ਜਾਵੇ, ਮੈਨੂੰ ਹੌਸਲਾ ਦੇਣ ਨਾਲੋਂ ਤਾਂ ਚੰਗਾ ਹੈ ਕਿ ਸਾਡੇ ਸੱਜਣਾ ਨੂੰ ਇਸ਼ਕ ਕਰਨਾ ਸਿਖਾਇਆ ਜਾਵੇ। ਵੀ ਭਾਵ ਵੀ ਮੈਨੂੰ ਨਹੀਂ ਸਮਝਾਉਣ ਦੀ ਲੋੜ ਵੀ ਜੜ ਫੜੋ ਤੁਸੀਂ ਜਿੱਧਰ ਹੈਗੀ ਹੈ ਹੈ ਨਾ, ਵੀ ਪ੍ਰੋਬਲਮ ਜਿੱਥੋਂ ਸ਼ੁਰੂ ਹੋਈ ਆ, ਅਤੇ ਮੈਨੂੰ ਹੌਸਲਾ ਦੇਣ ਨਾਲੋਂ ਤਾਂ ਚੰਗਾ ਹੈ ਕਿ ਸਾਡੇ ਸੱਜਣਾ ਨੂੰ ਇਸ਼ਕ ਕਰਨਾ ਸਿਖਾਇਆ ਜਾਵੇ। ਉਹ ਮੋਹਤਬਰ ਬਣ ਕੇ ਬੈਠੇ ਹੋਣਗੇ ਪਹਿਲੀ ਕਤਾਰ ਵਿੱਚ, ਉਹ ਮੋਹਤਬਰ ਬਣ ਕੇ ਬੈਠੇ ਹੋਣਗੇ ਪਹਿਲੀ ਕਤਾਰ ਵਿੱਚ, ਜੇ ਸਮਾਗਮ ਇੱਕ ਬੇਕਦਰਾਂ ਦਾ ਕਰਾਇਆ ਜਾਵੇ। ਵਾਹ। ਦਿੱਤੀ ਜ਼ੁਬਾਨ ਕਿ ਨਹੀਂ ਭੁੱਲਦੇ ਤਾਂ ਉਮਰ ਉਹਨੂੰ, ਨਹੀਂ ਯਕੀਨ ਤਾਂ ਅਸੀਂ ਭੇਸ ਸਟਾਮ 'ਤੇ ਲਿਖਾਇਆ ਜਾਵੇ। ਮਤਲਬ ਉਹਦੇ ਨਾਲ ਹੀ ਅਗਲਾ ਸ਼ੇਰ ਆ। ਅਤੇ ਤਾਂ ਕਰਕੇ ਉਹੀ ਤੁਸੀਂ ਕਿਹਾ ਵੀ ਕਈ ਮੈਂ ਚਾਹੁੰਦਾ ਮੈਨੂੰ ਐਂ ਲੱਗਦਾ ਵੀ ਕਿ ਨਹੀਂ ਆਪਾਂ ਵੰਡੇ ਵੀ ਨਹੀਂ ਜਾ ਸਕਦੇ, ਕੋਈ ਦੁੱਖ ਇਹੋ ਜਿਹੇ ਹੁੰਦੇ ਜਾਂ ਪੀੜ ਇਹੋ ਜਿਹੀ ਹੁੰਦੀ ਆ, ਉਹ ਇਸ ਚੀਜ਼ ਨੂੰ ਕਹਿਣ ਲਈ ਵੀ ਇਹ ਸ਼ੇਰ ਵੀ ਮੈਂ ਸਿੱਧਾ ਬੋਲ ਕੇ ਕਿਸੇ ਨੂੰ ਨਹੀਂ ਕਹਿ ਸਕਦਾ ਸੀ, ਉਹ ਫਿਰ ਇਹਦੇ ਰਾਹੀਂ ਆਏ ਕੁਦਰਤੀ ਆਪੇ, ਅਤੇ ਇਹ ਉਹ ਸ਼ੇਰ ਸੀਗੇ। ਤੁਸੀਂ ਉਰਦੂ 'ਚ ਡਿਪਲੋਮਾ ਵੀ ਕੀਤਾ, ਉਰਦੂ ਦੇ ਵਿੱਚ ਵੀ ਸ਼ੇਰ ਤੁਸੀਂ ਲਿਖਦੇ ਹੋ ਹੈ ਨਾ। ਜੇ ਆਪਾਂ ਵੈਸੇ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਕਹਿੰਦੇ ਨੇ ਕਲਾਕਾਰ ਕਦੇ ਵੀ ਮਤਲਬ ਘੜਿਆ ਨਹੀਂ ਜਾ ਸਕਦਾ ਹੈ ਨਾ। ਕਲਾਕਾਰ ਆ ਜਿਹੜਾ ਜਨਮ ਤੋਂ ਹੀ ਪੈਦਾ ਹੁੰਦਾ, ਚਾਹੇ ਉਹ ਗੀਤਕਾਰ ਆ, ਉਹ ਅਦਾਕਾਰ ਆ, ਜਾਂ ਫਿਰ ਉਹ ਲੇਖਕ ਹੈ ਜਿਹੜਾ, ਉਹ ਜਨਮ ਤੋਂ ਹੀ ਉਹਦੇ ਅੰਦਰ ਇੱਕ ਚੀਜ਼ ਹੋ ਜਾਂਦੀ ਹੈ ਕਿ ਉਹਨੇ ਲਿਖਣਾ ਜਾਂ ਉਹਨੇ ਅਦਾਕਾਰੀ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਤੁਹਾਡੇ ਪਿੰਡ ਤੋਂ ਬੜੇ ਮਸ਼ਹੂਰ ਗੀਤਕਾਰ ਹੋਏ ਨੇ ਹੈ ਨਾ, ਪ੍ਰੀਤ ਮਹਿੰਦਰ ਤਿਵਾੜੀ। ਅਸੀਂ ਵੀ ਜਦੋਂ ਕੁਛ ਸ਼ੁਰੂ ਕਰਦੇ ਹਾਂ ਤਾਂ ਅਸੀਂ ਲੋਕਾਂ ਤੋਂ ਇੰਸਪਾਇਰ ਹੁੰਦੇ ਹਾਂ। ਜੇ ਮੈਂ ਲੇਖਕ ਬਣਨਾ ਹੋ ਤਾਂ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਾਂਗੀ, ਜੇ ਤੁਸੀਂ ਅਦਾਕਾਰ ਬਣਨਾ ਹੋਏਗਾ ਤਾਂ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇਖੋਗੇ। ਤੁਸੀਂ ਵੀ ਕਿਸੇ ਤੋਂ ਇੱਦਾਂ ਇੰਸਪਾਇਰ ਹੁੰਦੇ ਹੋ ਵੀ ਉਹਨੂੰ ਦੇਖ ਕੇ ਜਾਂ ਉਹਨੂੰ ਸੁਣ ਕੇ ਮੈਨੂੰ ਲਿਖਤਾਂ ਆਉਣਦੀਆਂ ਨੇ? ਇਹ ਚੀਜ਼ ਮਤਲਬ ਸੁਣੀ ਮੈਂ ਵੀ ਇਹੀ ਸੀਗੀ, ਮਤਲਬ ਵੀ ਕਿ ਤੁਸੀਂ ਪੜ੍ਹੋ ਜਾਂ ਸੁਣੋ। ਮੇਰਾ ਪਰਸਨਲ ਇਹ ਮਸ਼ਵਰਾ ਵੀ ਕਿ ਜੋ ਕੋਈ ਵੀ ਕਿਤਾਬ ਆ ਉਹ ਕਿਤਾਬਾਂ 'ਚੋਂ ਨਹੀਂ ਉਪਜਣੀ ਚਾਹੀਦੀ ਹੁੰਦੀ, ਵੀ ਉਹ ਤੁਹਾਡੇ ਅਨੁਭਵ 'ਚੋਂ ਆਉਣੀ ਚਾਹੀਦੀ ਹੁੰਦੀ ਹੈ। ਬਿਲਕੁਲ। ਅਤੇ ਤਾਂ ਕਰਕੇ ਵੀ ਮੈਂ ਇੰਸਪਾਇਰ ਵੀ ਕਈ ਵਾਰੀ ਪ੍ਰਭਾਵਿਤ ਹੋ ਕੇ ਕਈ ਵਾਰੀ ਕੋਈ ਚੀਜ਼ ਲਿਖੀ ਜਾਂਦੀ ਹੈ, ਇਸ 'ਚ ਕੋਈ ਦੋ ਰਾਏ ਨਹੀਂ ਹੈਗੀ। ਵੀ ਮੈਂ ਕਈ ਵਾਰੀ ਕੋਈ ਗੀਤ ਸੁਣ ਲਾਂ ਜਾਂ ਕੋਈ ਗਜ਼ਲ, ਵੈਸੇ ਮੈਂ ਸ਼ਾਇਰੀ ਪੜ੍ਹਦਾ ਨਹੀਂ ਹੈਗਾ ਕਿਉਂਕਿ ਮੈਨੂੰ ਪਤਾ ਵੀ ਮੈਂ ਇੱਥੋਂ ਕਿਸੇ ਤੋਂ ਪ੍ਰਭਾਵਿਤ ਹੋ ਜਾਣਾ ਅਤੇ ਉਹ ਮੇਰੀ ਸ਼ਾਇਰੀ 'ਚ ਆ ਜਾਊ ਉਹ ਚੀਜ਼। ਬਿਲਕੁਲ, ਮਾਫ਼ ਕਰਨਾ ਮੈਂ ਤੁਹਾਡੀ ਗੱਲ ਨੂੰ ਕੱਟ ਰਹੀ ਹਾਂ। ਬਹੁਤ ਸਾਰੇ ਲੋਕ ਇਸ ਲਈ ਤੁਹਾਨੂੰ ਨਕਾਰ ਦਿੰਦੇ ਨੇ ਕਿਉਂਕਿ ਜਦੋਂ ਤੁਹਾਨੂੰ ਪਹਿਲਾ ਸਵਾਲ ਪੁੱਛਦੇ ਕਿ ਅੱਛਾ ਜੀ ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਫਿਰ ਉਹ ਤੁਹਾਨੂੰ ਇਹ ਪੁੱਛਣਗੇ ਕਿ ਤੁਸੀਂ ਕਿੰਨਾ ਕੁ ਪੜ੍ਹਦੇ ਹੋ। ਜਦੋਂ ਤੁਸੀਂ ਕਹਿ ਦਿੰਦੇ ਹੋ ਕਿ ਨਹੀਂ ਮੈਂ ਕਿਤਾਬਾਂ ਨਹੀਂ ਪੜ੍ਹਦਾ, ਮੇਰੀ ਜ਼ਿੰਦਗੀ ਦਾ ਆਪਣਾ ਤਜਰਬਾ ਜਿਹਦੇ 'ਚੋਂ ਮੈਂ ਲਿਖਦਾ, ਤਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਨਹੀਂ ਤੁਸੀਂ ਕਦੀ ਉੱਚੀ ਰਚਨਾ ਨਹੀਂ ਲਿਖ ਸਕਦੇ ਹੈ ਨਾ, ਜਿਹੜਾ ਕਿ ਬਹੁਤ ਵੱਡਾ ਭਰਮ ਹੈ ਕਿ ਅਸੀਂ ਬਿਨਾਂ ਪੜ੍ਹੇ ਵੀ ਬੜਾ ਖੂਬਸੂਰਤ ਲਿਖ ਸਕਦੇ ਹਾਂ। ਨਹੀਂ, ਪੜ੍ਹਨਾ ਚਾਹੀਦਾ, ਬਟ ਐਂ ਨਹੀਂ ਵੀ ਆਪਾਂ ਜੋ ਵਿਦਾ ਆਪਾਂ ਕਰਦੇ ਹਾਂ, ਕੰਮ ਕਰਦੇ ਹਾਂ। ਜਿਵੇਂ ਮਤਲਬ ਵੀ ਮੈਂ ਕਵਿਤਾ ਹੀ ਲਿਖਣੀ ਆ ਤਾਂ ਮੈਂ ਇਹ ਨਹੀਂ ਵੀ ਬਹੁਤ ਸਾਰੀ ਪੋਇਟਰੀ ਪੜ੍ਹੂੰਗਾ ਤਾਂ ਹੀ ਮੈਂ ਲਿਖ ਸਕਦਾ। ਹਾਂ, ਮੈਨੂੰ ਪਤਾ ਹੋਣਾ ਚਾਹੀਦਾ ਉਹਦਾ ਸਟਾਈਲ, ਠੀਕ ਹੈ, ਵੀ ਉਹ ਕੋਈ ਛੰਦ ਕੀ ਹੁੰਦੇ ਆ, ਉਹਦੀਆਂ ਵਹਿਰਾਂ ਕੀ ਹੁੰਦੀਆਂ, ਅਤੇ ਟੈਕਨੀਕਲੀ ਪੜ੍ਹ ਲਓ ਉਸ ਚੀਜ਼ ਬਾਰੇ। ਅਤੇ ਮੈਂ ਜੋ ਵੀ ਚੀਜ਼ਾਂ ਪੜ੍ਹਦਾ, ਮੈਂ ਸ਼ਾਇਰੀ ਜਾਂ ਗਜ਼ਲਾਂ ਜਾਂ ਇਹ ਕੋਈ ਵੀ ਕਾਵ, ਇਹ ਕਿਸੇ ਕਿਸਮ ਦਾ ਮੈਂ ਬਹੁਤ ਘੱਟ ਪੜ੍ਹਦਾ। ਕਈ ਵਾਰੀ ਕੋਈ ਭੇਜ ਦੇ ਜਾਂ ਮੈਨੂੰ ਕੋਈ ਸੁਣਾ ਦੇ ਤਾਂ ਉਵੇਂ ਸੁਣ ਲਈਦਾ। ਅਤੇ ਵੈਸੇ ਮੈਂ ਫਿਲੋਸਫੀ ਜਾਂ ਸਾਈਕੋਲੋਜੀ ਅਤੇ ਜਾਂ ਐਡਮਿਨਿਸਟ੍ਰੇਸ਼ਨ ਆਪਣੇ ਇੰਡੀਆ ਇਹੋ ਜਿਹੀਆਂ ਚੀਜ਼ਾਂ ਪੜ੍ਹਦਾ ਰਹਿੰਦਾ, ਅਤੇ ਸ਼ਾਇਰੀ ਬਹੁਤ ਘੱਟ ਪੜ੍ਹਦਾ ਮੈਂ। ਬਿਲਕੁਲ। ਤੁਸੀਂ ਜਿਵੇਂ ਗੱਲ ਕੀਤੀ ਹੈ ਨਾ ਕਿ ਜਦੋਂ ਮੈਂ ਤੁਹਾਡੇ ਨਾਲ ਪਰਸੋਂ ਚੌਥੇ ਗੱਲ ਕਰ ਰਹੀ ਸੀ ਫੋਨ 'ਤੇ, ਤਾਂ ਤੁਸੀਂ ਕਿਹਾ ਸੀ ਜਿਹੜੇ ਤੁਹਾਡੇ ਦੋਸਤ ਨੇ ਸਾਰੇ ਬਹੁਤ ਚੰਗੇ ਪਰਿਵਾਰਾਂ 'ਚੋਂ ਨੇ, ਅਤੇ ਮੈਨੂੰ ਲੱਗਦਾ ਹੈ ਕਿ ਮੈਂ ਪੜ੍ਹ ਲਿਖ ਕੇ ਹੈ ਨਾ ਮੇਰੀ ਜ਼ਰੂਰਤ ਹੈ ਵੀ ਮੈਂ ਇੱਕ ਨੌਕਰੀ ਕਰਨੀ ਆ ਅਤੇ ਉਸ ਕਦਰ ਦੀ ਜਿਹੜੀ ਜ਼ਿੰਦਗੀ ਆ ਮੈਂ ਬਣਾਉਣੀ ਆ। ਪਰ ਜਦੋਂ ਅਸੀਂ ਉਹਨਾਂ ਲੋਕਾਂ ਨਾਲ ਗੱਲ ਕਰਦੇ ਹੁੰਦੇ ਹਾਂ ਜਿਹੜੇ ਇਸ ਸਮੇਂ 50 ਜਾਂ 60 ਸਾਲ ਦੀ ਉਮਰ ਦੇ ਦਰਮਿਆਨ ਨੇ, ਤਾਂ ਉਹਨਾਂ ਦਾ ਇੱਕ ਰਵੱਈਆ ਹੁੰਦਾ ਕਿ ਯੂਥ ਤੋਂ ਬਹੁਤ ਨਿਰਾਸ਼ ਹੁੰਦੇ ਨੇ। ਉਹ ਕਹਿ ਦਿੰਦੇ ਨੇ ਵੀ ਅੱਜ ਕੱਲ੍ਹ ਦੇ ਮੁੰਡੇ ਕੀ ਕਰ ਰਹੇ ਨੇ, ਇਹਨਾਂ ਨੇ ਕਾਰਾਂ 'ਤੇ ਘੁੰਮਣਾ ਹੁੰਦਾ, ਇਹਨਾਂ ਨੇ ਖਰਚੇ ਕਰਨੇ ਹੁੰਦੇ ਨੇ, ਇਹਨਾਂ ਨੂੰ ਕਮਾਉਣ ਦੀ ਫਿਕਰ ਨਹੀਂ, ਜਾਂ ਫਿਰ ਇਹਨਾਂ ਨੂੰ +2 ਕਰਕੇ ਇੱਕ ਬਿਮਾਰੀ ਲੱਗ ਗਈ ਹੈ ਕਿ ਸਾਨੂੰ ਬਾਹਰ ਭੇਜ ਦਿਓ ਹੈ ਨਾ। ਪਰ ਜਦੋਂ ਯੂਥ ਨਾਲ ਗੱਲ ਕਰੀਦੀ ਆ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਪਿਛਲੇ 1947 ਤੋਂ ਬਾਅਦ ਜਦੋਂ ਦੀ ਸਾਨੂੰ ਆਜ਼ਾਦੀ ਮਿਲੀ ਆ, ਸਾਡੇ ਲਈ ਛੱਡਿਆ ਕੀ ਗਿਆ ਕਿ ਅਸੀਂ
ਬਹੁਤ ਸਾਰੀਆਂ ਉਮੀਦਾਂ ਤੇ ਖਰੇ ਉਤਰੀਏ, ਸਾਡੇ ਲਈ ਕੋਈ ਮੌਕੇ ਨਹੀਂ ਛੱਡੇ ਗਏ, ਸਾਡੇ ਲਈ ਨੌਕਰੀਆਂ ਨਹੀਂ ਛੱਡੀਆਂ ਗਈਆਂ, ਸਾਡੇ ਲਈ ਜੇ ਛੱਡਿਆ ਗਿਆ ਤਾਂ ਨਸ਼ਾ ਜਾਂ ਕੁਛ ਇਹੋ ਜਿਹੀਆਂ ਅਲਾਮਤਾਂ, ਬੇਰੁਜ਼ਗਾਰੀ ਵਰਗੀਆਂ। ਤੁਹਾਨੂੰ ਵੀ ਲੱਗਦਾ ਹੁੰਦਾ ਵੀ ਯੂਥ ਲਈ, ਤੁਹਾਡੇ ਵਰਗੇ ਮੁੰਡਿਆਂ ਲਈ ਜਿਨ੍ਹਾਂ ਦੀ ਇਹ ਸੁਪਨਾ ਹੈ ਕਿ ਪੜ੍ਹਨਾ ਤੇ ਉਸ ਤੋਂ ਬਾਅਦ ਨੌਕਰੀਆਂ ਕਰਨੀਆਂ, ਜ਼ਿੰਦਗੀ ਨੂੰ ਬਿਹਤਰ ਬਣਾਉਣਾ, ਕਿ ਸਾਡੇ ਲਈ ਕੁਛ ਨਹੀਂ ਛੱਡਿਆ ਗਿਆ ਪੰਜਾਬ ਦੇ ਵਿੱਚ? ਨਹੀਂ, ਇਹੋ ਜਿਹੀ ਗੱਲ ਨਹੀਂ ਹੈਗੀ ਵੀ ਆਪਣੇ ਲਈ ਛੱਡਿਆ ਨਹੀਂ ਗਿਆ ਕੁਛ ਵੀ। ਮੈਂ ਬਹੁਤ ਪੋਜ਼ਿਟਿਵ ਹਾਂ, ਕਿਉਂਕਿ ਤੁਸੀਂ ਹੁਣੇ ਕਿਹਾ ਕਿ ਮੈਂ ਪੜ੍ਹਦਾ ਹੈ ਨਾ, ਮੈਂ ਸਿਆਸਤ ਬਾਰੇ ਜਾਂ ਇਹਨਾਂ ਚੀਜ਼ਾਂ ਬਾਰੇ ਮੈਂ ਪੜ੍ਹਦਾ ਵੀ। ਮੈਂ ਸਿਆਸਤ ਬਾਰੇ ਮੇਰੀ ਮਤਲਬ ਮੈਂ ਘੱਟ ਜਾਣਕਾਰੀ ਰੱਖਦਾ, ਵੈਸੇ ਮੈਂ ਐਡਮਿਨਿਸਟ੍ਰੇਸ਼ਨ ਜੋ ਵੀ ਸਿਸਟਮ ਹੈਗਾ ਇਹਦੇ ਬਾਰੇ ਪੜ੍ਹਦਾ ਰਹਿੰਦਾ। ਇਹ ਮਤਲਬ ਮੈਨੂੰ ਵੈਸੇ ਬਹੁਤ ਚੀਜ਼ਾਂ ਹੈਗੀਆਂ ਵੀ ਇਹੋ ਜਿਹੀਆਂ, ਪਰ ਮੈਂ ਪਰਸਨਲੀ ਤੌਰ 'ਤੇ ਨੈਗੇਟਿਵ ਨਹੀਂ ਹੈਗਾ ਵੀ। ਮੈਨੂੰ ਐਂ ਲੱਗਦਾ ਕਿ ਵੀ ਮਿਹਨਤ ਕਰੋ ਅਤੇ ਤੁਹਾਨੂੰ ਕੋਈ ਵੀ ਚੀਜ਼ ਆ ਉਹ ਮਿਲ ਜਾਂਦੀ ਹੈ ਸੌਖੇ ਹੀ, ਅਤੇ ਵੀ ਐਡਾ ਵੱਡਾ ਇਸ਼ੂ ਨਹੀਂ ਹੈਗਾ। ਕੋਈ ਨੌਕਰੀ ਲੈਣੀ ਵੀ ਐਂ ਨਹੀਂ ਹੈਗਾ ਵੀ ਨੌਕਰੀ ਹੈ ਹੀ ਨਹੀਂ ਅਤੇ ਮਿਲਦੀ ਨਹੀਂ ਹੈਗੀ। ਅਤੇ ਕਾਬਲ ਬਣੋ। 3 Idiot ਮੂਵੀ ਉਹ ਦੇਖ ਲਓ, ਇਹ ਉਹਦਾ ਵੀ ਸਭ ਤੋਂ ਵੱਡਾ ਐਗਜ਼ਾਮਪਲ ਆ ਉਹ ਚੀਜ਼ ਵੀ। ਕਾਮਯਾਬ ਹੋਣ ਲਈ ਵੀ ਕਾਬਲ ਹੋਣਾ ਚਾਹੀਦੇ ਹੋ ਤੁਸੀਂ, ਕਾਮਯਾਬ ਤਾਂ ਆਪੇ ਹੋ ਜਾਓਗੇ। ਅਤੇ ਤਾਂ ਕਰਕੇ ਵੀ ਬਹਾਨੇ ਮੈਨੂੰ ਲੱਗਦਾ ਉਹੀ ਲਾਉਂਦੇ ਆ ਜਿਹੜੇ ਮਿਹਨਤ ਘੱਟ ਕਰਦੇ ਆ। ਅਤੇ ਜੇ ਤੁਸੀਂ ਮਿਹਨਤ ਕਰੋਗੇ ਉਹ ਤੁਹਾਨੂੰ ਕੋਈ ਫਲ ਤੁਹਾਨੂੰ ਮਿਲ ਹੀ ਜਾਣਾ, ਕਿਸੇ ਵੀ ਟਾਈਪ ਦਾ ਮਿਲੇ। ਉਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਬਹੁਤ ਪੜ੍ਹਦੇ ਹੋ, ਆਪਦੀ ਮਿਹਨਤ ਕਰਦੇ ਹੋ ਕੋਈ ਵੀ, ਜਾਂ ਕੋਈ ਵੀ ਹੋਰ ਕੰਮ ਦੇ ਫੀਲਡ ਦੇ ਵਿੱਚ ਆ, ਅਤੇ ਵੀ ਤੁਸੀਂ ਜੇ ਉਹ ਇੱਕ ਟੀਚੇ 'ਤੇ ਪਹੁੰਚਣਾ ਚਾਹੁੰਦੇ ਹੋ, ਉੱਥੇ ਸ਼ਾਇਦ ਤੁਸੀਂ ਨਾ ਪਹੁੰਚੋ, ਹੋ ਸਕਦਾ ਉਦੋਂ ਵੀ ਅੱਗੇ ਪਹੁੰਚ ਜਾਓ, ਜਾਂ ਤੁਸੀਂ ਇੱਕ ਨਵਾਂ ਟੀਚਾ ਆਪਦਾ ਹੀ ਇੱਕ ਖੋਜ ਕਰ ਲਓ ਵੀ ਉੱਥੇ ਪਹੁੰਚ ਜਾਓ। ਤਾਂ ਕਰਕੇ ਮਿਹਨਤ ਦਾ ਫਲ ਤਾਂ ਮਿਲਣਾ ਹੀ ਮਿਲਣਾ ਹੁੰਦਾ। ਅਤੇ ਵੀ ਆਪਦੇ ਕੰਮ 'ਤੇ ਤੁਹਾਨੂੰ ਖੁਸ਼ੀ ਆਪਦੇ ਕੰਮ 'ਚ ਹੋਣੀ ਚਾਹੀਦੀ ਹੈ ਅਸਲ ਦੇ ਵਿੱਚ। ਮੈਂ ਕੋਈ ਮੰਨ ਕੇ ਚਲੋ ਨੌਕਰੀ ਕਰਦਾ ਕੋਈ ਵੀ, ਤਾਂ ਮੈਨੂੰ ਕੰਮ ਕਰਕੇ ਵਧੀਆ ਲੱਗਣਾ ਚਾਹੀਦਾ। ਮੈਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਮੈਂ ਨੌਕਰੀ ਕਰਨੀ ਆ। ਠੀਕ ਹੈ, ਖੁਸ਼ ਤੁਸੀਂ ਤਾਂ ਹੀ ਰਹੋਗੇ ਕਿ ਜੇ ਤੁਹਾਨੂੰ ਕੰਮ ਦੇ ਵਿੱਚ ਸਵਾਦ ਆਉਂਦਾ ਹੋਵੇ। ਖੇਤੀ ਕਰਦਾ ਕੋਈ ਬੰਦਾ, ਮੇਰੇ ਫਾਦਰ ਸਾਹਿਬ ਆ, ਉਹਨਾਂ ਨੂੰ ਖੇਤੀ ਕਰਕੇ ਵਧੀਆ ਲੱਗਦਾ। ਹੁਣ ਭਾਅ ਕੋਈ ਘਟ ਗਿਆ ਵੱਧ ਗਿਆ, ਉਹ ਕਹਿੰਦੇ ਇਹ ਤਾਂ ਚੱਲੀ ਜਾਣਾ ਹੁੰਦਾ, ਅਤੇ ਵੀ ਐਂ ਥੋੜ੍ਹਾ ਵੀ ਖੇਤੀ ਛੱਡ ਦੇਈਏ। ਉਹ ਖੇਤ ਜਾਣਾ ਹੀ ਉਹਨਾਂ ਨੇ, ਕੰਮ ਉਨੀ ਮਿਹਨਤ ਕਰਨੀ ਉਹਨਾਂ ਨੇ, ਅਤੇ ਤਾਂ ਕਰਕੇ ਉਹਨਾਂ ਨੂੰ ਕੰਮ ਦੇ ਵਿੱਚੋਂ ਖੁਸ਼ੀ ਮਿਲਦੀ ਆ। ਉਹਨਾਂ ਨੂੰ ਐਂ ਨਹੀਂ ਵੀ ਫਸਲ ਆ ਸਾਡੀ ਲੱਖ ਰੁਪਈਏ ਦੀ ਫਸਲ ਆ, ਇਸ ਚੀਜ਼ ਨਾਲ ਨਹੀਂ ਖੁਸ਼ੀ ਮਿਲਦੀ। ਉਹਨਾਂ ਨੂੰ ਮਿਲਦੀ ਫਸਲ ਕਿੱਡੀ ਸੋਹਣੀ ਫਸਲ ਹੈ ਯਾਰ ਆਪਣੀ, ਇਹ ਚੀਜ਼ ਖੁਸ਼ੀ ਦਿੰਦੀ ਹੈ। ਚਾਹੇ ਉਹ ਵਿਕੇ, ਭਾਵੇਂ ਘਰੇ ਰੱਖਣੀ ਪੈ ਜਾਓ, ਵਿਕੇ ਹੀ ਨਾ। ਤਾਂ ਕਰਕੇ ਖੁਸ਼ੀ ਤੁਹਾਡੇ ਕੰਮ 'ਚੋਂ ਹੋਣੀ ਚਾਹੀਦੀ ਆ। ਅਤੇ ਕੰਮ ਤਾਂ ਵਾਧੂ ਹੈਗੇ ਆ, ਅਤੇ ਮਿਹਨਤ ਜ਼ਰੂਰੀ ਆ, ਬਸ ਮੈਂ ਇਹੀ ਕਹਿਣਾ। ਬਾਕੀ ਹੋਰ ਕਾਰਨ ਵੀ ਬਥੇਰੇ ਆ, ਅਤੇ ਇਹ ਹਮੇਸ਼ਾ ਹੀ ਹੁੰਦੇ ਵੀ ਸੀਗੇ ਜੀ। ਐਂ ਨਹੀਂ ਵੀ ਅੱਜ ਹੀ ਪੈਦਾ ਹੋਇਆ। ਜਦੋਂ ਦੀ ਇਤਿਹਾਸ ਚੱਕ ਲਓ, ਜਦੋਂ ਸਿਕੰਦਰ ਆਇਆ ਸੀ ਆਪਣੇ 2500 ਸਾਲ ਪਹਿਲਾਂ, ਅਤੇ ਉਦੋਂ ਤੋਂ ਲੈ ਕੇ ਅਤੇ ਕੀ ਕੁਛ ਹੋਈ ਜਾਂਦਾ। ਅਤੇ ਸਾਰੇ ਕਾਰਨ ਆਪਣੀ ਅੱਜ ਜਾਣ ਤਾਂ ਸੌਖੀ ਹੈ ਨਾ ਜੀ। ਜਦੋਂ ਕਿਤੇ ਅਹਿਮਦ ਸ਼ਾਹ ਆਉਂਦਾ ਹੁੰਦਾ ਸੀ ਤਾਂ ਐਂ ਨਹੀਂ ਪਤਾ ਸੀਗਾ ਕੋਈ ਕਿਰਪਾਨ ਢਿੱਡ ਪੇ ਦੀ ਟਪਾ 'ਚ ਰਾਤ ਨੂੰ ਸੁੱਤੇ ਪਏ ਜਾਂ ਕੀ ਹੋ ਜਾਣਾ। ਅਤੇ ਅੱਜ ਉਹ ਚੀਜ਼ ਤਾਂ ਹੈ ਨਹੀਂ ਗੀ। ਤਾਂ ਕਰਕੇ ਆਪਾਂ ਸੌਖੇ ਵੀ ਹੋਏ ਹਾਂ, ਉਸ ਚੀਜ਼ ਨੂੰ ਵੀ ਮੰਨਣਾ ਚਾਹੀਦਾ। ਅਤੇ ਮਿਹਨਤ ਕਰੀ ਜਾਣੀ ਰਹਿਣੀ, ਕਰੀ ਜਾਓ ਅਤੇ ਆਪਦਾ ਚੱਲੀ ਚੱਲੂਗਾ ਕੰਮ। ਬਿਲਕੁਲ। ਮਸਲੇ ਜੇ ਆਪਾਂ ਸੋਚੀਏ ਹਰ ਇੱਕ ਦੌਰ ਦੇ ਹੁੰਦੇ ਆ, ਹੈ ਨਾ, ਪਰ ਉਹਨਾਂ ਮਸਲਿਆਂ ਦੇ ਵਿੱਚ ਕੁਛ ਕੁ ਸਿਖਾਵੇਂ ਅਨੁਭਵ ਵੀ ਹੁੰਦੇ ਆ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਅੱਗੇ ਵਧਣਾ ਚਾਹੀਦਾ। ਤੁਸੀਂ ਇਸੇ ਵਿਧਾ 'ਚ ਲਿਖਦੇ ਹੋ, ਜਿਵੇਂ ਹੁਣੇ ਤੁਸੀਂ ਦੱਸਿਆ ਕਿ ਤੁਸੀਂ ਗੀਤ ਵੀ ਲਿਖੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਸਾਨੂੰ ਸੁਣਨ ਨੂੰ ਮਿਲਣਗੇ। ਕਿਸੇ ਹੋਰ ਚੀਜ਼ 'ਤੇ ਵੀ ਹੱਥ ਅਜਮਾਇਆ? ਜਿਵੇਂ ਮੈਂ ਸੁਣਿਆ ਕਿ ਤੁਹਾਨੂੰ ਸਕ੍ਰਿਪਟ ਰਾਈਟਿੰਗ ਦਾ ਵੀ ਬਹੁਤ ਸ਼ੌਂਕ ਹੈ। ਹਾਂਜੀ, ਸਕ੍ਰਿਪਟ ਰਾਈਟਿੰਗ, ਫਿਲਮੀ ਕਹਾਣੀਆਂ, ਮਤਲਬ ਜੋ ਵੀ ਇਹ ਮੈਂ ਲਿਖਦਾ ਰਹਿੰਦਾ। ਇਹ ਮੈਂ ਕਮਰਸ਼ੀਅਲੀ ਜਾਂ ਵੀ ਇੱਕ ਪ੍ਰੋਫੈਸ਼ਨ ਦੇ ਤੌਰ 'ਤੇ ਇਹੀ ਕੰਮ ਕਰਨਾ ਚਾਹੁੰਦਾ ਅੱਗੇ। ਅਤੇ ਜੋ ਸ਼ਾਇਰੀ ਵਾਲਾ, ਇਹ ਮਤਲਬ ਮੈਨੂੰ ਐਂ ਹੁੰਦਾ ਵੀ ਆਪਦੀ ਨਿੱਜੀ ਆਪਦੀ ਖੁਸ਼ੀ ਲਈ ਮੈਂ ਕਰਦਾ ਰਹਿੰਦਾ। ਅਤੇ ਹਾਲਾਂਕਿ ਕੰਮ ਤਾਂ ਉਹ ਵੀ ਮੇਰੀ ਆਪਦੀ ਖੁਸ਼ੀ ਵਾਲਾ ਹੀ ਆ, ਪਰ ਉਹਨੂੰ ਮੈਂ ਸੋਚਿਆ ਵੀ ਉਹ ਤੋਂ ਵੀ ਕੀ 4 ਪੈਸੇ ਆ ਜਾਣ ਕਿਤੋਂ। ਅਤੇ ਉਹ ਸਕ੍ਰਿਪਟ ਰਾਈਟਿੰਗ ਦਾ ਮੈਂ ਉਹ ਕਰਦਾ ਰਹਿੰਦਾ। ਕੋਈ ਵੀ ਚੀਜ਼ਾਂ ਪੜ੍ਹਦਾ ਰਹਿੰਦਾ। ਜਿਵੇਂ ਸਾਈਕੋਲੋਜੀ ਦੀ ਮੈਂ ਤੁਹਾਨੂੰ ਅੱਗੇ ਗੱਲ ਕੀਤੀ, ਮੈਂ ਪੜ੍ਹਦਾ, ਉਹ ਮੈਂ ਤਾਂ ਹੀ ਪੜ੍ਹਦਾ ਰਹਿੰਦਾ ਕਿ ਉਹ ਸਕ੍ਰਿਪਟ ਰਾਈਟਿੰਗ ਦੇ ਵਿੱਚ ਕੰਮ ਆ ਜਾਂਦੀ ਹੈ। ਕਿਸੇ ਕਰੈਕਟਰ ਨੂੰ ਕਿਵੇਂ ਆਪਾਂ ਪੇਸ਼ ਕਰਨਾ, ਜਾਂ ਉਹਦੇ ਵਿੱਚ ਕੀ ਵੇਰੀਏਸ਼ਨਸ ਲਿਆਉਣੀਆਂ। ਅਤੇ ਇਸ ਚੀਜ਼ ਦਾ ਜ਼ਿਆਦਾ ਮਤਲਬ ਸਕ੍ਰਿਪਟ ਰਾਈਟਿੰਗ ਦੇ ਵਿੱਚ ਹੀ ਜ਼ਿਆਦਾ ਮੈਂ ਅੱਗੇ ਜਾਣਾ ਚਾਹੁੰਦਾ ਕੋਈ ਵੀ ਕੰਮ। ਅਤੇ ਇਸ ਤਰੀਕੇ ਦਾ ਵੀ ਸ਼ਾਇਰੀ ਨੂੰ ਬਹੁਤ ਨਿੱਜੀ ਲੈਵਲ 'ਤੇ ਜਾਂ ਗੀਤਾਂ ਨੂੰ, ਅਤੇ ਜਿਵੇਂ ਗੀਤ ਲਿਖੇ ਹੋਏ ਕੋਈ ਦੋਸਤ ਮਿਲ ਜਾਂਦਾ ਗਾਉਂਦਾ, ਉਹਨੂੰ ਸੁਣਾ ਦੇਈਦਾ ਵੀ ਯਾਰ ਆਹ ਗਾ ਲੇਂਗਾ ਤੂੰ। ਅਗਲਾ ਕਹਿੰਦਾ ਵੀ ਯਾਰ ਹਾਂ ਵੇਖ ਲੈਂਦੇ ਹਾਂ ਵੀ ਠੀਕ ਆ। ਮੈਂ ਉਦੋਂ ਬਾਅਦ ਪੁੱਛਦਾ ਵੀ ਨਹੀਂ ਵੀ ਚੱਲ ਤੂੰ ਹੀ ਗਾ ਲਈ ਜਦੋਂ ਜੀ ਕੀਤਾ ਤੇਰਾ। ਅਤੇ ਬਸ ਇਸ ਤਰੀਕੇ ਨਾਲ ਚੱਲੀ ਜਾਂਦਾ। ਪਰ ਸਕ੍ਰਿਪਟ ਰਾਈਟਿੰਗ ਦਾ ਕੰਮ ਵੀ ਮੈਂ ਆਪਦਾ ਡੈਡੀਕੇਟ ਹੋ ਕੇ ਉਹ ਕਰਦਾ ਰਹਿੰਦਾ ਕਿ ਇੱਕ ਕਹਾਣੀ ਆ, ਇਸ ਨੂੰ ਐਂ ਬਣਾਉਣਾ। ਫਿਰ ਉਦੋਂ ਬਾਅਦ ਉਹ ਮੈਂ ਕਮਰਸ਼ੀਅਲੀ ਐਂਗਲ ਤੋਂ ਵੀ ਬਹੁਤ ਜ਼ਿਆਦਾ ਕਰਦਾ, ਕਿਉਂਕਿ ਸਿਨੇਮਾ ਇੱਕ ਕਮਰਸ਼ੀਅਲੀ ਆਰਟ ਆ, ਅਤੇ ਪੈਸੇ ਲੱਗਦੇ ਆ ਉਹ 'ਤੇ ਬਣਾਉਣ 'ਤੇ। ਹੁਣ ਗਜ਼ਲ ਆ ਮੇਰੀ, ਉਹ ਲਿਖਤੀ ਮੈਂ ਅਤੇ ਬੋਲਤੀ,
ਉਹਦੇ ਤਾਂ ਕੋਈ ਖਰਚ ਤਾਂ ਨਹੀਂ ਹੋਇਆ। ਜੇ ਨਹੀਂ ਵੀ ਪਸੰਦ ਆਈ ਕਿਸੇ ਨੂੰ ਕੋਈ ਗੱਲ ਨਹੀਂ, ਪਰ ਉਹ ਥੋੜ੍ਹਾ ਪਸੰਦ ਆਉਣੀ ਜ਼ਰੂਰੀ ਆ, ਕਿਉਂਕਿ ਉਹ 'ਤੇ ਬਹੁਤ ਕਈ ਕਰੋੜ ਲੱਗੇ ਹੁੰਦੇ ਆ ਅਤੇ ਕਈ ਕਰੋੜ ਆਉਣੇ ਵੀ ਚਾਹੀਦੇ ਆ। ਅਤੇ ਉਹ ਮੇਰੇ ਪ੍ਰੋਫੈਸਰ ਡਾਕਟਰ ਮਨਦੀਪ ਸ਼ਰਮਾ DAV ਕਾਲਜ ਚੰਡੀਗੜ੍ਹ ਪੰਜਾਬੀ ਦੇ ਪ੍ਰੋਫੈਸਰ ਨੇ, ਅਤੇ ਉਹਨਾਂ ਨਾਲ ਵੀ ਮੈਂ ਡਿਸਕਸ ਕਰਦਾ ਰਹਿੰਦਾ। ਅਤੇ ਉਹ ਮਤਲਬ ਮੈਂ ਇਹ ਜਿਹੇ ਹਿਸਾਬ ਨਾਲ ਲਿਖਦਾ ਕਿ ਉਹ ਮੈਂ ਪ੍ਰੋਡਿਊਸ ਆਪ ਕਰਨੀ ਆ, ਵੀ ਤਾਂ ਕਰਕੇ ਖਰਚਾ ਘੱਟ ਹੋਵੇ ਅਤੇ ਪੈਸੇ ਵੱਧ ਆਉਣ। ਮਤਲਬ ਪ੍ਰੋਡਿਊਸਰ ਵੀ ਬਣ ਜਾਣਾ ਨਾਲ ਦੀ ਨਾਲ। ਮਤਲਬ ਹਾਂਜੀ, ਪੈਸੇ ਹੋਏ ਤਾਂ ਮੈਂ ਲਾ ਦੇਣੇ ਆ। ਮੈਂ ਲਿਖਦਾ ਹੀ ਉਹ ਹਿਸਾਬ ਨਾਲ ਆ ਵੀ ਕਿਸੇ ਦੇ ਵੀ ਜਿਹਨੂੰ ਮੈਂ ਲਵਾਊਂਗਾ ਪੈਸੇ, ਜਿਸ ਦੇ ਵੀ, ਅਤੇ ਵੀ ਉਹਦੇ ਪੈਸੇ ਵੀ ਘੱਟ ਲੱਗਣ ਅਤੇ ਉਹਨੂੰ ਫਾਇਦਾ ਵੀ ਹੋਵੇ। ਅਤੇ ਤਾਂ ਕਰਕੇ ਵੀ ਜੇ ਕਦੇ ਮੈਨੂੰ ਵੀ ਪ੍ਰੋਡਿਊਸ ਕਰਨੀ ਪਏਗੀ, ਇਹ ਨਾ ਹੋਵੇ ਵੀ ਆਹ ਮੇਰੀ ਕਹਾਣੀ ਬਹੁਤ ਵਧੀਆ ਪਰ ਮੇਰੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਯਾਰ, ਮੈਂ ਪ੍ਰੋਡਿਊਸ ਕਰ ਨਹੀਂ ਸਕਦਾ। ਅਤੇ ਪਰ ਮੈਂ ਉਸ ਹਿਸਾਬ ਨਾਲ ਹੀ ਲਿਖਦਾ ਰਹਿੰਦਾ ਵੀ ਸਾਰਾ ਕੁਛ ਹੀ ਉਹਦੇ ਵਿੱਚ ਮਿਹਨਤ ਵੱਧ ਲੱਗਦੀ ਹੈ ਇਸ ਚੀਜ਼ 'ਤੇ ਬਹੁਤ ਜ਼ਿਆਦਾ। ਅਤੇ ਪਰ ਉਹ ਮੈਨੂੰ ਆਇਆ ਵੀ ਮੈਂ ਕਰ ਦੇਣਾ ਇੱਕ ਦਿਨ ਕੰਮ, ਅਤੇ ਸ਼ਾਇਦ ਰੱਬ ਕਰੇ ਛੇਤੀ ਹੋ ਜਾਊਗਾ। ਨਹੀਂ ਚਲੋ, ਇਹ ਵੀ ਬਹੁਤ ਚੰਗੀ ਗੱਲ ਆ। ਪਰ ਨਾਲ ਦੀ ਨਾਲ ਇੱਕ ਹੋਰ, ਜਿਵੇਂ ਆਪਾਂ ਕਹਿੰਦੇ ਕਿ ਹਰ ਦੌਰ ਦੇ ਮਸਲੇ ਅਤੇ ਹਰ ਦੌਰ ਦਾ ਇੱਕ ਸਿਖਾਵਾਂ ਮਾਹੌਲ ਹੁੰਦਾ, ਇਹ ਹੈ ਕਿ ਜੇਕਰ ਤੁਸੀਂ ਫੀਚਰ ਫਿਲਮ ਦੇ ਤੇ ਨਹੀਂ ਵੀ ਅੱਜ ਕੱਲ੍ਹ ਦੇ ਦੌਰ 'ਚ ਪੈਸਾ ਲਾ ਸਕਦੇ ਤਾਂ YouTube ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਪਲੇਟਫਾਰਮ ਨੇ, ਹੈ ਨਾ, ਜਿੱਥੇ ਤੁਸੀਂ ਅੱਜ ਕੱਲ੍ਹ ਆਪਣੀਆਂ ਚੀਜ਼ਾਂ ਨੂੰ ਦਿਖਾ ਸਕਦੇ ਹੋ ਬਹੁਤ ਥੋੜ੍ਹੇ ਬਜਟ ਦੇ ਵਿੱਚ। ਮੈਨੂੰ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਮੈਨੂੰ ਲੱਗਦਾ ਨਹੀਂ ਵੀ ਮੈਨੂੰ ਗੱਲ ਖ਼ਤਮ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਡੇ ਕੋਲ ਨੌਲੇਜ ਵੀ ਆ, ਤੁਸੀਂ ਕਿਤਾਬਾਂ ਵੀ ਪੜ੍ਹਦੇ ਹੋ, ਇੰਨਾ ਸੋਹਣਾ ਲਿਖ ਰਹੇ ਹੋ, ਬਹੁਤ ਸਾਰੇ ਆਈਡੀਆਜ਼ ਨੇ, ਸਕ੍ਰਿਪਟ ਰਾਈਟਿੰਗ 'ਚ ਜਾਣਾ ਚਾਹੁੰਦੇ ਹੋ, ਗੀਤਕਾਰੀ 'ਚ ਵੀ ਜਾਣਾ ਚਾਹੁੰਦੇ ਹੋ, ਹੈ ਨਾ। ਅਤੇ ਮੈਨੂੰ ਯਕੀਨ ਵੀ ਹੈ ਕਿ ਬਹੁਤ ਸੋਹਣਾ ਭਵਿੱਖ ਹੋਏਗਾ ਤੁਹਾਡਾ। ਪਰ ਆਉਣ ਵਾਲੇ ਸਮੇਂ 'ਚ ਹੁਣ ਸਾਲ 'ਚ ਜਾਂ 2 ਸਾਲ 'ਚ ਪਹਿਲਾਂ ਕੀ ਦੇਖਣ ਨੂੰ ਮਿਲੇਗਾ? ਕੋਈ ਕਿਤਾਬ ਤੁਹਾਡੀ ਲਿਖੀ ਪੜ੍ਹਨ ਨੂੰ ਮਿਲੇਗੀ, ਜਾਂ ਫਿਰ ਕੋਈ ਫਿਲਮ ਦੇਖਣ ਨੂੰ ਮਿਲੇਗੀ, ਜਾਂ ਫਿਰ ਪਹਿਲਾਂ ਗੀਤ ਸੁਣਨ ਨੂੰ ਮਿਲਣਗੇ? ਮੈਨੂੰ ਲੱਗਦਾ ਗੀਤ ਸੁਣਨ ਨੂੰ ਮਿਲੂਗਾ ਜੀ। ਉਹਦਾ ਵੀ ਮੈਨੂੰ ਜ਼ਿਆਦਾ ਨਹੀਂ ਪਤਾ, ਕਿਉਂਕਿ ਉਹ ਜੋ ਵੀ ਪ੍ਰੋਡਕਸ਼ਨ ਵਗੈਰਾ ਹੁੰਦੀ ਹੈ ਉਹਨਾਂ 'ਚ ਮੈਂ ਇੰਟਰਫੇਅਰ ਘੱਟ ਕਰਦਾ। ਮੈਂ ਸਿਰਫ ਕ੍ਰੀਏਟਿਵ ਕੰਮ 'ਤੇ ਆਪਦਾ ਜ਼ਿਆਦਾ ਵੀ ਮੇਰਾ ਫੋਕਸ ਹੁੰਦਾ। ਅਤੇ ਫਿਲਮ ਦਾ ਇਸ ਤਰੀਕੇ ਨਾਲ ਆ ਕਿ ਮੈਨੂੰ ਤਾਂ ਭਾਵੇਂ ਕੋਈ ਅੱਜ ਮਿਲ ਲਿਆ ਕੇ ਮੈਂ ਉਹ ਕਰ ਦੂੰਗਾ, ਹੈ ਨਾ ਜੀ। ਅਤੇ ਪਰ ਵੀ ਮੇਰਾ ਲਿੰਕ ਨਹੀਂ ਉਸ ਟਾਈਪ ਦਾ। ਸਕ੍ਰਿਪਟ ਕਹਾਣੀ ਜੋ ਡਾਇਰੈਕਟਰ ਜਾਂ ਪ੍ਰੋਡਿਊਸਰਾਂ ਨੂੰ, ਠੀਕ ਆ, ਉਹ ਅਤੇ ਜੇਕਰ ਉਹਨਾਂ ਨੂੰ ਮਤਲਬ ਮੈਂ ਮਿਲ ਲਾਂ ਜਾਂ ਹੋ ਜੇ ਕੰਮ, ਉਹ ਤਾਂ ਟਾਈਮ 'ਤੇ ਚਾਹੇ 2 ਸਾਲਾਂ ਨੂੰ ਹੋਵੇ, ਸਾਲ ਨੂੰ ਹੋਵੇ, ਚਾਹੇ ਕੋਈ ਇੱਕ ਅੱਧੇ ਦਿਨ 'ਚ ਹੀ ਹੋ ਜੇ, ਉਹਦਾ ਮੈਨੂੰ ਕੋਈ ਪਤਾ ਨਹੀਂ ਉਸ ਚੀਜ਼ ਦਾ। ਅਤੇ ਕਿਤਾਬ ਦੀ ਗੱਲ ਆ, ਕਿਤਾਬ ਬਾਰੇ ਵੀ ਮੈਂ ਹਜੇ ਤੱਕ ਸੋਚਿਆ ਨਹੀਂ ਹੋਇਆ। ਮੈਨੂੰ ਕਈ ਲੋਕਾਂ ਨੇ ਕਿਹਾ ਵੀ ਤੂੰ ਇਹ ਚੀਜ਼ਾਂ ਛਪਵਾ ਦੇ ਆਪਦੀਆਂ, ਮੇਰਾ ਹੋਰ ਮਟੀਰੀਅਲ, ਮੈਂ ਆਰਟੀਕਲ ਜਿਹੜੇ ਲਿਖੇ ਆ ਜਾਂ ਕੁਝ ਗੱਲਾਂ ਵੀ ਉਹ ਪੋਇਟਰੀ ਨਾਲ ਰਿਲੇਟਡ ਹੀ ਆ ਵੀ ਉਹ ਇਹੋ ਜਿਹੀਆਂ, ਅਤੇ ਉਹ ਕਹਿੰਦੇ ਵੀ ਤੂੰ ਇਹ ਛਪਵਾ ਦੇ, ਹੈ ਨਾ। ਪਰ ਮੈਨੂੰ ਆਏ ਆ ਵੀ ਇਹ ਵੀ ਐਂ ਪੇਸ਼ ਕੀਤਾ ਜਾਵੇ ਸੋਸ਼ਲ ਮੀਡੀਆ ਤੱਕ ਜਾਂ ਕਿਵੇਂ ਵੀ ਕਿਸੇ ਵੀ ਤਰੀਕੇ, ਹੈ ਨਾ। ਅਤੇ ਵੀ ਉਵੇਂ ਕਿਤਾਬ ਦਾ ਹਜੇ ਮਨ 'ਚ ਹੈ ਨਹੀਂ ਗਾ। ਜੇ ਕਿਤੇ ਆਇਆ ਵਿਚਾਰ ਤਾਂ ਕੋਈ ਉਹ ਮਤਲਬ ਆਪਾਂ ਕਰਾ ਵੀ ਦੇਵਾਂਗੇ, ਏਡੀ ਉਹ ਨਹੀਂ ਹੈਗਾ, ਵੱਡਾ ਕੰਮ ਨਹੀਂ ਹੈਗਾ ਉਹ ਤਾਂ। ਅਤੇ ਪਰ ਗੀਤ ਤੁਹਾਨੂੰ ਜਲਦੀ ਸੁਣਨ ਨੂੰ ਮਿਲੂਗਾ ਕੋਈ ਨਾ ਕੋਈ। ਪੰਜਾਬੀ ਲੇਖਕ ਨੂੰ ਵੀ ਕਿਸੇ ਨੂੰ ਪੜ੍ਹਦੇ ਹੋ? ਮੈਂ ਪਰਟੀਕੂਲਰ ਐਂ ਨਹੀਂ ਵੀ ਇੱਕ ਲੇਖਕ ਨੂੰ ਹੀ ਪੜ੍ਹਦਾ ਮੈਮ। ਅਤੇ ਮਤਲਬ ਕਈ ਮਤਲਬ ਹੈਗੇ ਜਿਨ੍ਹਾਂ ਨੂੰ, ਜਿਵੇਂ ਤੁਸੀਂ ਬਠਿੰਡੇ ਬਲਵੰਤ ਗਾਰਗੀ, ਉਹਨਾਂ ਨਾਮ ਲਿਆ, ਉਹਨਾਂ ਦੇ ਨਾਟਕ ਮੈਂ ਪਹਿਲਾਂ ਪੜ੍ਹਦਾ, ਮਤਲਬ ਕਾਫੀ ਪੜ੍ਹੇ ਆ। ਅਤੇ ਜਸਵੰਤ ਕਮਰ ਹੋਰਾਂ ਦੇ ਨਾਵਲ ਨੇ, ਪੂਰਨਮਾਸ਼ੀ ਉਹ ਮੇਰਾ ਫੇਵਰਟ ਨਾਵਲ ਆ। ਅਤੇ ਰਾਮ ਸਰੂਪ ਅਣਖੀ ਹੋ ਗਏ, ਅਤੇ ਹੋਰ ਕਾਫੀ ਨੇ, ਮਤਲਬ ਮੰਟੋ ਸਾਹਿਬ ਸਿਆਦਤ। ਮੈਨੂੰ ਅਸਲ 'ਚ ਉਰਦੂ ਸਿੱਖਣ ਦਾ ਉੱਥੋਂ ਹੀ, ਮੈਂ ਇਹ 10ਵੀਂ 11ਵੀਂ ਦੇ ਵਿੱਚ ਕੋਈ ਉਹਨਾਂ ਦੀ ਕਹਾਣੀ ਪੜ੍ਹੀ ਸੀਗੀ, ਅਤੇ ਉਹ ਮੈਂ ਇੱਕ ਥਾਂ 'ਤੇ ਲਿਖਿਆ ਹੋਇਆ ਸੀ ਕਿਤੇ ਵੀ, ਉਹ ਮੈਨੂੰ ਪਤਾ ਨਹੀਂ ਕਿੱਥੇ ਲਿਖਿਆ ਹੋਇਆ ਸੀ ਕਿ ਇਹਨਾਂ ਨੂੰ ਉਰਦੂ ਨਾ ਵੀ ਉਰਦੂ ਚੰਗੀ ਨਹੀਂ ਲਿਖਦੇ ਹੁੰਦੇ ਸੀ, ਇਸ ਕਰਕੇ ਵੀ ਸਕੂਲ ਦੇ ਵਿੱਚ ਇਹਨਾਂ ਦਾ ਵੀ ਰੈਪੂਟੇਸ਼ਨ ਘੱਟ ਸੀ, ਸਿਆਦਤ ਹਸਨ ਮੰਟੋ ਹੋਰਾਂ ਦੀ। ਅਤੇ ਪਰ ਉਹ ਉਰਦੂ ਦੇ ਹੀ ਸਭ ਤੋਂ ਚੰਗੇ ਕਹਾਣੀਕਾਰ ਬਣੇ। ਅਤੇ ਉਹ ਉਰਦੂ ਦਾ ਇੱਕ ਉਦੋਂ ਅਨਕੌਂਸ਼ੀਅਲੀ ਕਿਤੇ ਚੱਲਣ ਲੱਗ ਗਈ ਚੀਜ਼, ਤਾਂ ਕਰਕੇ ਫਿਰ ਮੈਨੂੰ ਮੌਕਾ ਮਿਲਿਆ ਯੂਨੀਵਰਸਿਟੀ ਆ ਕੇ, ਅਤੇ ਫਿਰ ਮੈਂ ਉਰਦੂ ਦਾ ਮਤਲਬ ਜਿਹੜੀ ਉਹਦੀ ਬੇਸਿਕ ਸਟੱਡੀ ਉਹ ਸਾਰੀ ਕੀਤੀ ਉਰਦੂ ਦੀ। ਨਹੀਂ, ਬਹੁਤ ਚੰਗਾ। ਅਸੀਂ ਵੀ ਚਾਹੁੰਦੇ ਹਾਂ ਨਾ ਕਿ ਜਿੱਥੇ ਇੱਕ ਪਾਸੇ ਉਹੋ ਜਿਹੀਆਂ ਕਿਤਾਬਾਂ ਦਾ ਵੀ ਦੌਰ ਆ ਗਿਆ ਜਿਨ੍ਹਾਂ ਦਾ ਕੱਦ ਆ ਜਿਹੜਾ ਹਲੇ ਸਾਹਿਤਕ ਗਲਿਆਰਿਆਂ ਦੇ ਵਿੱਚ ਨਹੀਂ, ਉਹਨਾਂ ਦਾ ਨਾਂ ਇੱਜ਼ਤ ਨਾਲ ਲਿਆ ਜਾਂਦਾ, ਕਿਉਂਕਿ ਲੋਕ ਕਹਿੰਦੇ ਨੇ ਕਿ ਹੁਣ ਜਿਹੜਾ ਪੇਡ ਕਿਤਾਬਾਂ ਦਾ ਦੌਰ ਆ ਗਿਆ ਕਿ ਤੁਸੀਂ ਪਬਲੀਕੇਸ਼ਨ 'ਚ ਆ ਕੇ ਪੈਸੇ ਦਿਓ ਅਤੇ ਕਿਤਾਬ ਛਾਪ ਲਓ। ਅਤੇ ਜੋ ਦੂਜੇ ਪਾਸੇ ਸਾਡੇ ਜਿਹੜੇ ਚੈਨਲ ਨੇ ਜਾਂ ਇਹੋ ਜਿਹੇ ਪਲੇਟਫਾਰਮ ਨੇ, ਉਹਨਾਂ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਡੇ ਵਰਗੇ ਨੌਜਵਾਨ ਜਿਹੜੇ ਇੰਨਾ ਸੋਹਣਾ ਲਿਖ ਰਹੇ ਨੇ ਉਹਨਾਂ ਨੂੰ ਵੀ ਲੋਕਾਂ ਦੇ ਰੂਬਰੂ ਕਰਵਾਇਆ ਜਾਵੇ। ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਹੋਰ ਚੀਜ਼ਾਂ ਦੇ ਵਿੱਚ ਵੀ ਤੁਹਾਡੀ ਜ਼ਿੰਦਗੀ ਦਾ ਜਿਹੜਾ ਤਜਰਬਾ ਹੈਗਾ, ਬੇਸ਼ੱਕ ਉਮਰ ਬਹੁਤ ਛੋਟੀ ਹੈ,
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਵੀ ਖਿੱਤੇ ਦੇ ਵਿੱਚ ਜਾਓ, ਚਾਹੇ ਤੁਸੀਂ ਸਕ੍ਰਿਪਟ ਰਾਈਟਿੰਗ ਵਾਲੀ ਪਾਸੇ ਜਾਂਦੇ ਹੋ ਜਾਂ ਫਿਰ ਤੁਸੀਂ ਗੀਤਕਾਰੀ ਜਾਂ ਚਾਹੇ ਤੁਸੀਂ ਸਾਹਿਤ ਵਾਲੇ ਪਾਸੇ ਜਾਓ, ਤੁਹਾਡਾ ਨਾਂ ਹੈ ਜਿਹੜਾ ਇੱਕ ਵੱਡਾ ਹਸਤਾਖਰ ਦੇ ਤੌਰ 'ਤੇ ਹੈ ਨਾ, ਤੁਹਾਨੂੰ ਜਾਣਿਆ ਜਾਵੇ ਕਿ ਹਾਂ ਇਹ ਇੱਕ ਨੌਜਵਾਨ ਆ ਜਿਹੜਾ ਚੰਗਾ ਕੰਮ ਕਰ ਰਿਹਾ। ਕਿਸੇ ਵੀ ਖੇਤਰ 'ਚ ਤੁਸੀਂ ਬੇਸ਼ੱਕ ਜਾਵੋ। ਜਾਂਦੇ ਜਾਂਦੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਹੋਰ ਕੋਈ ਆਪਣੀ ਜਿਹੜੀ ਬਾਕਮਾਲ ਲਿਖਤਾ ਉਹ ਜ਼ਰੂਰ ਸੁਣਾ ਕੇ ਜਾਓ। ਥੈਂਕ ਯੂ ਮੈਮ, ਤੁਹਾਡਾ ਤੁਸੀਂ ਇੰਨੀਆਂ ਦੁਆਵਾਂ ਦਿੱਤੀਆਂ ਅਤੇ ਮੈਂ ਮਿਹਨਤ ਕਰਦਾ ਰਹੂੰਗਾ ਅਤੇ ਮਤਲਬ ਆਪਣਾ ਫਲ ਦੇਣਾ ਕੰਮ ਰੱਬ ਦਾ ਹੈ ਨਾ, ਮਿਹਨਤ ਕਰੀ ਜਾਵਾਂਗੇ। ਅਤੇ ਬਾਕਮਾਲ ਤਾਂ ਨਹੀਂ ਮੈਂ ਕਹਿੰਦਾ, ਪਰ ਵੀ ਇਹ ਕਾਫੀ ਲੋਕਾਂ ਨੂੰ ਪਸੰਦ ਆ। ਅਤੇ ਇਹ ਮੈਂ ਤੁਹਾਨੂੰ ਆਪਣੇ ਕੋਈ ਸ਼ੇਅਰ ਨੇ ਉਹ ਸੁਣਾ ਦਿੰਦਾ। ਰਗ ਰਗ ਤੋਂ ਹਾਂ ਵਾਕਿਫ ਉਹਦੀ ਰੂਹ ਪਹਿਚਾਣਦਾ ਹਾਂ ਮੈਂ, ਜੇ ਕਦੇ ਅੰਨਾ ਵੀ ਹੋ ਜਾਵਾਂ ਘੁੱਪ ਹਨੇਰੇ ਵਿੱਚ ਸਿਆਣਦਾ ਹਾਂ ਮੈਂ। ਗੁੱਸੇ ਹੋਵੇ ਤਾਂ ਕੀ ਕੀ ਕਹਿੰਦੀ ਹੈ ਅੰਗਰੇਜ਼ੀ ਵਿੱਚ, ਅਤੇ ਪਿਆਰ ਵਿੱਚ ਕੀ ਬੋਲਣਾ ਇਹ ਸਭ ਜਾਣਦਾ ਹਾਂ ਮੈਂ। ਬਥੇਰਾ ਮਾਣਿਆ ਉਹਦੀਆਂ ਜ਼ੁਲਫਾਂ ਦੀ ਸ਼ਾਨ ਨੂੰ, ਬਥੇਰਾ ਮਾਣਿਆ ਉਹਦੀਆਂ ਜ਼ੁਲਫਾਂ ਦੀ ਸ਼ਾਨ ਨੂੰ, ਖੈਰ ਉਹਦੀ ਗੈਰ ਹਾਜ਼ਰੀ ਵੀ ਖੂਬ ਮਾਣਦਾ ਹਾਂ ਮੈਂ। ਜਿਵੇਂ ਉਹਦਾ ਸੀ ਸਹਾਰਾ ਪੀੜਾਂ ਵੀ ਦੇਣ ਸਾਥ ਪੂਰਾ, ਜਿਵੇਂ ਉਹਦਾ ਸੀ ਸਹਾਰਾ ਪੀੜਾਂ ਵੀ ਦੇਣ ਸਾਥ ਪੂਰਾ, ਸ਼ੁਕਰਗੁਜ਼ਾਰ ਪੀੜਾਂ ਦਾ ਜਿਨ੍ਹਾਂ ਮੰਨ ਲਿਆ ਕਿ ਉਹਨਾਂ ਦੇ ਹਾਣ ਦਾ ਹਾਂ ਮੈਂ।